ਪੰਜਾਬ ਦਾ ਸੰਤਾਪ 1947 ਤੋਂ 2015। ਪਹਿਲਾਂ ਤਾਂ ਥੋੜਾ ਜਿਹਾ ਆਪਣੀ ਜ਼ਿੰਦਗੀ ਬਾਰੇ ਦੱਸੋ ਵੀ ਕਿੱਥੋਂ ਪੜ੍ਹਾਈ ਕਰੀ, ਕਿੱਥੋਂ ਤੁਹਾਡੀ ਜ਼ਿੰਦਗੀ ਆ ਜਿਹੜੀ ਸ਼ੁਰੂਆਤ। ਸਧਾਰਨ ਸਕੂਲ ਜਿਹੜੇ ਬਿਲਕੁਲ ਨਾਰਮਲ ਸਕੂਲ ਹੁੰਦੇ ਆ, ਉਹਨਾਂ ਸਕੂਲਾਂ 'ਚ ਮੇਰੀ ਪੜ੍ਹਾਈ ਹੋਈ ਆ। ਮੈਂ ਫਸਟ ਕਲਾਸ ਫਸਟ 골ਡ ਮੈਡਲਿਸਟ ਸੀਗਾ ਐਮਏ ਵਿੱਚ। ਫਿਰ ਉਸ ਤੋਂ ਬਾਅਦ ਮੈਂ ਪੰਜਾਬੀ ਯੂਨੀਵਰਸਿਟੀ 'ਚ ਆ ਕੇ PhD ਸ਼ੁਰੂ ਕੀਤੀ। ਮੈਂ ਫਿਰ ਰਿਟਾਇਰ ਹੋਇਆ 2003 ਦੇ ਵਿੱਚ। ਪ੍ਰੋਫੈਸਰ ਦੇ ਤੌਰ ਦੇ ਉੱਤੇ ਮੈਂ ਚੇਅਰਮੈਨ ਵੀ ਰਿਹਾ ਡਿਪਾਰਟਮੈਂਟ ਆਫ ਇਵਨਿੰਗ ਸਟੱਡੀਜ਼ ਦਾ। ਗੱਲ ਜੋ ਮੈਨੂੰ ਬਹੁਤ ਟੁੰਬੀ ਮੇਰੀ ਜ਼ਿੰਦਗੀ ਦੇ ਵਿੱਚ, ਉਹ ਸੀ ਦਰਬਾਰ ਸਾਹਿਬ ਦੇ ਉੱਤੇ ਜੋ ਅਟੈਕ ਹੋਇਆ ਜੂਨ 1984 ਦੀ। ਫਿਰ ਮੈਂ ਸੋਚਦਾ ਰਿਹਾ ਵੀ ਇਹਦੀ ਅਸਲੀਅਤ ਡੂੰਘਾਈ ਤੱਕ ਜਾਣੀ ਚਾਹੀਦੀ ਹੈ, ਕਿਉਂਕਿ ਮੇਰਾ ਪ੍ਰੋਫੈਸ਼ਨ ਹਿਸਟਰੀ ਦਾ ਸੀ। 4 ਸਾਲ ਦੀ ਛੁੱਟੀ ਲੈ ਕੇ ਮੈਂ ਕਿਤਾਬ ਲਿਖੀ ਇੰਡੀਆ ਕਮਿਟ ਸੁਸਾਈਡ। ਇਹ ਗਵਰਨਮੈਂਟ ਦੀ ਇੱਕ ਪਾਲਿਸੀ ਸੀ, ਜਿਸ ਪਾਲਿਸੀ ਦੇ ਅਧੀਨ ਸਿੱਖਾਂ ਦੀ ਮਾਨਸਿਕਤਾ ਨੂੰ ਤੋੜਨਾ ਸੀ। ਕੋਈ ਐਸਾ ਨੁੱਕ ਐਂਡ ਕਾਰਨਰ ਨਹੀਂ ਛੱਡਿਆ ਗਿਆ ਜਿੱਥੇ ਉਹਨਾਂ ਨੇ ਸਰਚਸ ਨਹੀਂ ਕੀਤੀਆਂ, ਲੋਕਾਂ ਨੂੰ ਪਰੇਸ਼ਾਨ ਨਹੀਂ ਕੀਤਾ, ਡੀਮੋਰਲਾਈਜ਼ ਨਹੀਂ ਕੀਤਾ। ਮਤਲਬ ਉਹਦੀ ਇੰਤਹਾ ਨਹੀਂ ਕੋਈ। ਇਤਨੀ ਦਰਦਨਾਕ ਕਹਾਣੀਆਂ ਇਹ, ਜੇ ਤੁਸੀਂ ਪੜ੍ਹਦੇ ਹੋ ਤੁਹਾਡੇ ਮਤਲਬ ਦਿਲ ਕੰਬ ਜਾਂਦਾ। ਤੋ ਲੇਕਿਨ ਜਿਹੜੀ ਇੱਕ ਵਿਲੱਖਣ ਦੁਨੀਆ ਦੇ ਵਿੱਚ ਸਿੱਖ ਕੌਮ ਆ, ਜਿਸ ਨੇ ਜਦੋਂ ਵੀ ਰਾਜ ਕੀਤਾ, ਜਿਹੜੇ ਸਿੱਕੇ ਚਲਾਏ ਆਪਣੇ ਗੁਰੂਆਂ ਦੇ ਨਾਂ ਤੇ, ਜਿਹੜੇ ਮਾਨਵਤਾ ਦੇ ਲਈ ਖੜੇ। ਬੜਾ ਵੱਡਾ ਮੋੜ ਆਉਂਦਾਗਾ ਲੌਂਗੋਵਾਲ ਸਮਝੌਤਾ, ਲੌਂਗੋਵਾਲ ਰਜੀਵ ਸਮਝੌਤਾ। ਉਹਦੇ ਤੇ ਤੁਸੀਂ ਰਿਸਰਚ ਕਰੀ ਹੋਣੀ ਆ, ਉਹ ਕੀ ਸੀਗਾ ਅਸਲ ਦੇ ਵਿੱਚ? ਬਹੁਤ ਬੜਾ ਯੂਰਪ ਦਾ ਲੀਡਰ ਸੀ। ਉਹ ਕਿਹਾ ਕਰਦਾ ਸੀ ਕਿ ਬੈਟਲਸ ਆਰ ਫਾਟ ਇਨ ਦੀ ਬੈਟਲਫੀਲਡ ਬਟ ਆਰ ਵਨ ਔਨ ਦੀ ਨੈਗੋਸ਼ੀਏਟਿੰਗ ਟੇਬਲ। ਜਿਹੜੀ ਲੜਾਈ ਸੀ, ਜਿਹਨੂੰ ਅਸੀਂ ਘੱਲੂਘਾਰਾ ਕਹਿੰਦੇ ਹਾਂ, ਉਹ ਸਿੱਖ ਹਾਰੇ ਨਹੀਂ ਸੀ। ਸਿੱਖ ਲੜੇ ਬਹਾਦਰੀ ਦੇ ਨਾਲ। ਉਹਨਾਂ ਨੂੰ ਮੈਂ ਦਾਤ ਦਿੰਦਾ। ਔਰ ਅੱਜ ਜੇ ਸਿੱਖ ਕੌਮ ਜ਼ਿੰਦਾ ਸਿਰ ਚੱਕ ਕੇ ਖੜੀ ਆ, ਉਹਨਾਂ ਲੋਕਾਂ ਦੀਆਂ ਕੁਰਬਾਨੀਆਂ ਤੇ ਉਹਨਾਂ ਦੀਆਂ ਸ਼ਹਾਦਤਾਂ ਦੇ ਉੱਤੇ, ਜਿਨ੍ਹਾਂ ਬੰਦਿਆਂ ਨੇ ਅਣਖ ਦੇ ਨਾਲ ਅਣਖ ਨਹੀਂ ਗਵਾਈ। ਅਣਖ ਹੀ ਸਭ ਤੋਂ ਵੱਡੀ ਕਿਸੇ ਕੌਮ ਦੀ ਇੱਕ ਮਤਲਬ ਜਾਇਦਾਦ ਹੁੰਦੀ ਹੈ। ਕਿ 1984 ਦੇ ਵਿੱਚ ਜਦੋਂ ਘੱਲੂਘਾਰਾ ਸ਼ੁਰੂ ਹੋਇਆ, ਫੌਜ ਪੁਲਿਸ ਦੇ ਉੱਤੇ ਗਈ, ਦਰਬਾਰ ਸਾਹਿਬ ਦੇ ਵਿੱਚ ਐਂਟਰ ਕੀਤੀ, ਤਾਂ ਲੌਂਗੋਵਾਲ ਤੇ ਉਹਦੇ ਜਿਹੜੇ ਸਹਿਯੋਗੀ ਸੀ ਉਹਨਾਂ ਨੇ ਸਰੈਂਡਰ ਕਰਤਾ। ਲੌਂਗੋਵਾਲ ਕਹਿੰਦਾ ਹੁੰਦਾ ਸੀ ਮੈਂ ਮਰਜੀਵੜਾ। ਉਸ ਨੇ ਮਰਜੀਵੜੇ ਹੋਰ ਵੀ ਬਣਾਏ ਸੀ 700-800, ਮੈਨੂੰ ਐਗਜ਼ੈਕਟ ਨੰਬਰ ਮੇਰੀਆਂ ਕਿਤਾਬਾਂ 'ਚ ਦਿੱਤਾ ਹੋਇਆ। ਉਹਨਾਂ ਨੂੰ ਸਹੁੰ ਖਵਾਈ ਸੀ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਉੱਤੇ ਵੀ ਜੇ ਫੌਜ ਜਾਂ ਪੁਲਿਸ ਦਰਬਾਰ ਸਾਹਿਬ ਦੇ ਵਿੱਚ ਆਏਗੀ ਤਾਂ ਅਸੀਂ ਸ਼ਹਾਦਤਾਂ ਦੇ ਦਾਂਗੇ, ਅਸੀਂ ਸਰੈਂਡਰ ਨਹੀਂ ਕਰਾਂਗੇ। ਲੇਕਿਨ ਜਦੋਂ ਆਈ ਪੁਲਿਸ, ਤਾਂ ਜਿਹੜਾ ਮਰਜੀਵੜਾ ਸੀ ਲੌਂਗੋਵਾਲ ਸਭ ਤੋਂ ਪਹਿਲਾਂ ਤਾਂ ਉਹ ਸਰੈਂਡਰ ਕੀਤਾ। ਇਹ ਇੱਕ ਬੜੀ ਤਰਾਸਦੀ ਆ। ਔਰ ਫਿਰ ਉਸ ਤੋਂ ਬਾਅਦ ਕੀਤਾ, ਸਰਕਾਰ ਨੇ ਉਸ ਨੂੰ ਕੈਦ 'ਚੋਂ ਕੱਢ ਕੇ ਫਿਰ ਉਸ ਨੂੰ ਪ੍ਰੋਜੈਕਟ ਕਰਨਾ ਸ਼ੁਰੂ ਕਰ ਦਿੱਤਾ ਵੀ ਇਹ ਤਾਂ ਅਪੋਸਲ ਆਫ ਪੀਸ ਹੈ, ਪੈਗੰਬਰ ਆ ਪੀਸ ਦਾ। ਤੋ ਉਸ ਦੀ ਬੜੇ ਗੁਣਗਾਨ ਕੀਤੇ, ਹੁਣ ਤੱਕ ਕੀਤੇ ਜਾ ਰਹੇ ਆ। ਹੁਣ ਉਹਦੀ 36ਵੀਂ ਬਰਸੀ ਸੀ, ਉਸ ਦੇ ਉੱਤੇ ਤੁਹਾਨੂੰ ਪਤਾ ਸਰਕਾਰ ਨੇ ਕਿੱਡੇ ਇਸ਼ਤਿਹਾਰ ਦਿੱਤੇ। ਅਮਰਿੰਦਰ ਸਿੰਘ ਨੇ ਬਹੁਤ ਵੱਡੇ ਇਸ਼ਤਿਹਾਰ ਪੰਜਾਬੀ ਦੇ ਅਖਬਾਰਾਂ 'ਚ, ਅੰਗਰੇਜ਼ੀ ਦੇ, ਹਿੰਦੀ ਦੇ, ਸਾਰੇ ਅਖਬਾਰਾਂ 'ਚ ਕਰੋੜਾਂ ਅਰਬਾਂ ਰੁਪਏ ਦੇ ਦਿੱਤੇ। ਔਰ ਉਹਦੇ 'ਚ ਲਿਖਿਆ ਹੀ ਵਾਜ਼ ਐਨ ਅਪੋਸਲ ਆਫ ਪੀਸ। ਅਪੋਸਲ ਆਫ ਪੀਸ ਦਾ ਮਤਲਬ ਪੈਗੰਬਰ ਆ, ਉਹ ਸ਼ਾਂਤੀ ਦਾ ਪੈਗੰਬਰ ਆ। ਲੇਕਿਨ ਉਹ ਧੋਖੇਬਾਜ਼ ਸੀ, ਉਹ ਬੇਈਮਾਨ ਸੀ, ਉਹ ਬੜਾ ਸਵਾਰਥੀ ਸੀ, ਬੜਾ ਨੀਚ ਸੀ। ਜਿਹੜਾ ਰਾਜੀਵ ਲੌਂਗੋਵਾਲ ਅਕੋਰਡ ਕੀਤਾ, ਉਹਦੀ 9ਵੀਂ ਮਾਦਾ, ਮੈਂ ਉਹਨੂੰ ਸੰਤ ਕਦੇ ਵੀ ਨਹੀਂ ਕਹੂੰਗਾ, ਕਿਉਂਕਿ ਸੰਤ ਦੀ ਇੱਕ ਪਰਿਭਾਸ਼ਾ ਹੁੰਦੀ ਹੈ ਸੱਚ ਦੇ ਨਾਲ ਜੁੜੀ ਹੋਈ। ਤੋ ਉਹ ਤਾਂ ਇਸ ਕਿਸਮ ਦਾ ਪਖੰਡੀ ਆਦਮੀ ਸੀ, ਧੋਖੇਬਾਜ਼ ਬੰਦਾ ਸੀ, ਬੇਈਮਾਨ ਆਦਮੀ ਸੀ, ਜਿਸ ਨੇ ਸਿੱਖਾਂ ਦਾ ਸਿਰ ਨੀਚਾ ਕੀਤਾ। ਔਰ ਇਸੇ ਤਰੀਕੇ ਦੇ ਮਤਲਬ ਉਹ ਜਿਹੜਾ ਰਾਜੀਵ ਲੌਂਗੋਵਾਲ ਅਕੋਰਡ ਹੈ, ਉਹ ਮਤਲਬ ਦਰਬਾਰ ਸਾਹਿਬ ਦੇ ਉੱਤੇ ਫੌਜੀ ਤੇ ਪੁਲਿਸ ਦੇ ਜਿਹੜਾ ਹੋਇਆ ਘਟਨਾਕ੍ਰਮ, ਉਦੋਂ ਵੱਧ ਖਤਰਨਾਕ ਉਸ ਨੇ ਬੰਦੇ ਨੇ ਕੀਤਾ। ਪੰਜਾਬ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਹੀ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਇਸ ਵਕਤ ਜੇ ਗੱਲ ਕਰੀਏ ਤਾਂ ਪੰਜਾਬ ਨੇ ਬੜਾ ਹੀ ਦੁੱਖ ਭੋਗਿਆ। ਪੰਜਾਬ ਦੀ ਗੱਲ ਕਰਦੇ ਹਾਂ ਤਾਂ ਪੰਜਾਬ ਦੇ ਨਾਂ ਦੇ ਉੱਪਰ ਬੜੇ ਹੀ ਲੋਕਾਂ ਨੇ ਰੋਟੀਆਂ ਸੇਕੀਆਂ। ਪਰ ਜੇਕਰ ਪੰਜਾਬ ਦੀ ਗੱਲ ਕਰਦੇ ਹਾਂ ਤਾਂ 47 ਦੇ ਵਿੱਚ ਪੰਜਾਬ ਵੰਡਿਆ ਗਿਆ, 66 ਦੇ ਵਿੱਚ ਪੰਜਾਬ ਵੰਡਿਆ ਗਿਆ, 78, 84, 95, 2015 ਤੇ 2020 ਵੀ ਪੰਜਾਬ ਨੇ ਹੀ ਦੇਖਿਆ। ਸੋ ਇਸ ਵਕਤ ਮੇਰੇ ਹੱਥ ਦੇ ਵਿੱਚ ਇੱਕ ਕਿਤਾਬ ਆ। ਮੈਂ ਮੇਰੇ ਸਹਿਯੋਗੀ ਅਲਜਿੰਦਰ ਨੂੰ ਕਹਾਂਗਾ ਕਿ ਇਹ ਕਿਤਾਬ ਆ ਜਿਹੜੀ ਇਹ ਦਿਖਾ ਦਿੱਤੀ ਜਾਵੇ, ਪੰਜਾਬ ਦਾ ਸੰਤਾਪ 1947 ਤੋਂ 2015।
ਇਹ ਕਿਤਾਬ ਨੂੰ ਲਿਖਣ ਵਾਲੇ ਰਾਈਟਰ ਸਾਡੇ ਨਾਲ ਨੇ, ਡਾਕਟਰ ਗੁਰਦਰਸ਼ਨ ਸਿੰਘ ਢਿੱਲੋਂ। ਗੱਲਬਾਤ ਕਰਾਂਗੇ ਆਖਰ ਇਸ ਕਿਤਾਬ ਦੇ ਵਿੱਚ ਹੈ ਕੀ, ਆਖਰ ਪੰਜਾਬ ਜਾ ਕਿੱਧਰ ਨੂੰ ਰਿਹਾ। ਇਸ ਕਿਤਾਬ ਨੂੰ ਬੜੀ ਹੀ ਰਿਸਰਚ ਕਰਕੇ ਲਿਖਿਆ ਗਿਆ। ਸੋ ਗੱਲਬਾਤ ਕਰਦੇ ਹਾਂ। ਪਹਿਲਾਂ ਫਤਿਹ ਦੀ ਅਰਜ਼ ਕਰਾਂਗੇ। ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਹਾਨੂੰ ਵੀ, ਤੁਹਾਡੇ ਸਤਿਕਾਰਿਤ ਜਿੰਨੇ ਵੀ ਸਰੋਤੇ ਆ ਉਹਨਾਂ ਨੂੰ ਵੀ ਸਤਿਕਾਰ ਸਹਿਤ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ, ਪਹਿਲਾਂ ਤਾਂ ਥੋੜਾ ਜਿਹਾ ਆਪਣੀ ਜ਼ਿੰਦਗੀ ਬਾਰੇ ਦੱਸੋ ਵੀ ਕਿੱਥੋਂ ਪੜ੍ਹਾਈ ਕਰੀ, ਕਿੱਥੋਂ ਤੁਹਾਡੀ ਜ਼ਿੰਦਗੀ ਆ ਜਿਹੜੀ ਸ਼ੁਰੂਆਤ ਹੁੰਦੀ ਹੈ। ਦੇਖੋ, ਮੇਰੀ ਤਾਂ ਜ਼ਿੰਦਗੀ ਆ ਜਿਹੜੀ ਗਵਰਨਮੈਂਟ ਸਕੂਲਾਂ ਦੇ ਵਿੱਚੋਂ ਮੈਂ ਤਾਂ ਗੁਜ਼ਰਿਆ। ਸਾਨੂੰ ਤਾਂ ਉਸ ਵੇਲੇ ਓਪਰਚੁਨਿਟੀ ਨਹੀਂ ਸੀ ਕਿ ਇੰਗਲਿਸ਼ ਸਪੀਕਿੰਗ ਸਕੂਲਾਂ ਦੇ ਵਿੱਚ ਅਸੀਂ ਪੜ੍ਹ ਸਕੀਏ, ਨਾ ਸਾਡੇ ਪੇਰੈਂਟਸ ਨੂੰ ਇਸ ਗੱਲ ਦੀ ਅਵੇਅਰਨੈਸ ਸੀ। ਸਧਾਰਨ ਸਕੂਲ ਜਿਹੜੇ ਬਿਲਕੁਲ ਨਾਰਮਲ ਸਕੂਲ ਹੁੰਦੇ ਆ, ਉਹਨਾਂ ਸਕੂਲਾਂ 'ਚ ਮੇਰੀ ਪੜ੍ਹਾਈ ਹੋਈ ਆ। ਫਿਰ ਮੇਰੀ MA ਮਹਿੰਦਰਾ ਕਾਲਜ ਪਟਿਆਲਾ ਤੋਂ ਹੋਈ ਆ। ਮੈਂ ਫਸਟ ਕਲਾਸ ਫਸਟ 골ਡ ਮੈਡਲਿਸਟ ਸੀਗਾ MA ਵਿੱਚ। ਤੋ ਉਸ ਦੇ ਬਿਨਾਂ ਦੇ ਉੱਤੇ ਮੈਨੂੰ ਉਸ ਵੇਲੇ ਜੌਬ ਮਿਲੀ ਲੈਲਪੁਰ ਖਾਲਸਾ ਕਾਲਜ 'ਚ, ਉਹ ਮੈਂ ਛੱਡ ਕੇ ਫਿਰ ਉਸ ਤੋਂ ਬਾਅਦ ਮੈਂ ਪੰਜਾਬੀ ਯੂਨੀਵਰਸਿਟੀ 'ਚ ਆ ਕੇ PhD ਸ਼ੁਰੂ ਕੀਤੀ। PhD ਤੋਂ ਪਹਿਲਾਂ ਹੀ ਮੈਨੂੰ ਪੰਜਾਬ ਯੂਨੀਵਰਸਿਟੀ ਦੇ ਵਿੱਚ ਜੌਬ ਮਿਲ ਗਈ। ਤੋ ਇਸ ਤਰ੍ਹਾਂ ਦਾ ਮੇਰਾ ਮਤਲਬ ਕੈਰੀਅਰ ਆ। ਮੈਂ ਫਿਰ ਰਿਟਾਇਰ ਹੋਇਆ 2003 ਦੇ ਵਿੱਚ। ਪ੍ਰੋਫੈਸਰ ਦੇ ਤੌਰ ਦੇ ਉੱਤੇ ਮੈਂ ਚੇਅਰਮੈਨ ਵੀ ਰਿਹਾ ਡਿਪਾਰਟਮੈਂਟ ਆਫ ਇਵਨਿੰਗ ਸਟੱਡੀਜ਼ ਦਾ। ਤੋ ਮੇਰਾ ਇਸ ਤਰ੍ਹਾਂ ਦਾ ਮਤਲਬ ਵਿਹਾਰ ਹੈ। ਲੇਕਿਨ ਇੱਕ ਗੱਲ ਜੋ ਮੈਨੂੰ ਬਹੁਤ ਟੁੰਬੀ ਮੇਰੀ ਜ਼ਿੰਦਗੀ ਦੇ ਵਿੱਚ, ਉਹ ਸੀ ਦਰਬਾਰ ਸਾਹਿਬ ਦੇ ਉੱਤੇ ਜੋ ਅਟੈਕ ਹੋਇਆ ਜੂਨ 1984 ਵਿੱਚ, ਘੱਲੂਘਾਰਾ ਜਿਸ ਨੂੰ ਅਸੀਂ ਕਹਿ ਸਕਦੇ ਹਾਂ। ਉਸ ਚੀਜ਼ ਨੇ ਮੇਰੇ ਮਾਨਸਿਕਤਾ ਤੇ ਬਹੁਤ ਵੱਡਾ ਅਸਰ ਪਾਇਆ। ਫਿਰ ਮੈਂ ਸੋਚਦਾ ਰਿਹਾ ਵੀ ਇਹਦੀ ਅਸਲੀਅਤ ਡੂੰਘਾਈ ਤੱਕ ਜਾਣੀ ਚਾਹੀਦੀ ਹੈ, ਕਿਉਂਕਿ ਮੇਰਾ ਪ੍ਰੋਫੈਸ਼ਨ ਹਿਸਟਰੀ ਦਾ ਸੀ ਔਰ ਇਤਿਹਾਸ ਦੇ ਵਿੱਚ ਵੀ ਮੇਰੀ ਜਿਹੜੀ ਮਾਡਰਨ ਹਿਸਟਰੀ ਆ ਉਸ ਦੇ ਉੱਤੇ ਮੇਰੀ ਸਪੈਸ਼ਲਾਈਜੇਸ਼ਨ ਸੀ। ਤੋ ਫਿਰ ਮੈਂ ਬਹੁਤ 4 ਸਾਲ ਦੀ ਛੁੱਟੀ ਲਈ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ। ਫਿਰ ਉਹ 4 ਸਾਲ ਦੀ ਛੁੱਟੀ ਲੈ ਕੇ ਮੈਂ ਕਿਤਾਬ ਲਿਖੀ, ਇੰਡੀਆ ਕਮਿਟ ਸੁਸਾਈਡ। ਉਹ ਇੰਗਲਿਸ਼ ਦੇ ਵਿੱਚ ਲਿਖੀ ਹੋਈ ਕਿਤਾਬ ਆ, 417 ਪੇਜ ਦੀ ਆ। ਤਾਂ ਉਸ ਦੀ ਉਹ ਕਿਤਾਬ ਕਾਫੀ ਚਰਚਿਤ ਹੋਈ। ਹੁਣ ਉਸ ਦੇ 4 ਐਡੀਸ਼ਨ ਨਿਕਲ ਚੁੱਕੇ, ਮਤਲਬ 2-2 ਹਜ਼ਾਰ ਦੀਆਂ, ਮਤਲਬ ਤਕਰੀਬਨ 8-10 ਹਜ਼ਾਰ ਕਾਪੀਆਂ ਉਹਦੀਆਂ ਸਰਕੂਲੇਟ ਹੋ ਚੁੱਕੀਆਂ। ਤੋ ਫਿਰ ਮੈਂ ਅਖਬਾਰਾਂ ਵਿੱਚ ਬਹੁਤ ਸਾਰੇ ਆਰਟੀਕਲ ਲਿਖਦਾ ਰਿਹਾ। ਜਿਹੜਾ ਸਿੱਖ ਬੱਚਿਆਂ ਦੇ ਉੱਤੇ ਤਸ਼ੱਦਦ ਹੋਇਆ, ਉਹ ਮੇਰੀ ਮਾਨਸਿਕਤਾ ਤੇ ਬਹੁਤ ਉਹਦਾ ਅਸਰ ਪਿਆ ਕਿ ਕਈ ਲੋਕਾਂ ਨੂੰ, ਨਿਰਦੋਸ਼ ਲੋਕਾਂ ਨੂੰ, ਬੇਗੁਨਾਹ ਲੋਕਾਂ ਨੂੰ, ਭਲੇ ਮਾਨਸ ਲੋਕਾਂ ਨੂੰ ਮਤਲਬ ਕਿਸ ਤਰੀਕੇ ਨਾਲ ਦੁਰਦਿਸ਼ਾ ਕਰਕੇ, ਉਹਨਾਂ ਦਾ ਕਾਰੋਬਾਰ ਦੀਆਂ ਮਤਲਬ ਰਿਸਰਚਸ ਕਰਕੇ, ਉਹਨਾਂ ਨੂੰ ਹੱਥਕੜੀਆਂ ਲਗਾ ਕੇ ਕਿਸ ਤਰ੍ਹਾਂ ਜ਼ਲੀਲ ਕੀਤਾ ਗਿਆ। ਇਹ ਗਵਰਨਮੈਂਟ ਦੀ ਇੱਕ ਪਾਲਿਸੀ ਸੀ, ਜਿਸ ਪਾਲਿਸੀ ਦੇ ਅਧੀਨ ਸਿੱਖਾਂ ਦੀ ਮਾਨਸਿਕਤਾ ਨੂੰ ਤੋੜਨਾ ਸੀ ਔਰ ਉਸ ਤੋਂ ਬਾਅਦ ਸਿੱਖ ਨੌਜਵਾਨਾਂ ਨੂੰ ਟੋਟਲੀ ਡੀਮੋਰਲਾਈਜ਼ ਕਰਨਾ ਸੀ। ਜਿਹੜਾ ਵੁਡਰੋਜ਼ ਜਿਸ ਨੂੰ ਕਹਿੰਦੇ ਆ ਨਾ, ਜੋ ਦਰਬਾਰ ਸਾਹਿਬ ਦੇ ਘੱਲੂਘਾਰੇ ਤੋਂ ਬਾਅਦ ਹੋਇਆ, ਉਹਦੇ ਵਿੱਚ ਇੱਕ ਸਰਕੂਲਰ ਜਾਰੀ ਹੋਇਆ, ਜਿਹੜਾ ਸਰਕੂਲਰ ਆਰਮੀ ਨੂੰ ਦਿੱਤਾ ਗਿਆ, ਜਿਸ ਦਾ ਹੈਡਿੰਗ ਸੀ ਬਾਤਚੀਤ। ਉਸ ਦੇ ਵਿੱਚ ਕਿਹਾ ਗਿਆ ਕਿ ਜਦੋਂ ਤੁਸੀਂ ਪਿੰਡਾਂ ਵਿੱਚ ਸਰਚ ਕਰੋਗੇ ਤਾਂ ਉਸ ਦੇ ਵਿੱਚ ਐਕਸਕਿਊਜ਼ ਮੀ, ਉਸ ਦੇ ਵਿੱਚ ਖਾਸ ਤੌਰ ਦੇ ਉੱਤੇ ਜਿਹੜੇ ਅੰਮ੍ਰਿਤਧਾਰੀ ਸਿੱਖ ਆ ਉਹਨਾਂ ਦੇ ਉੱਤੇ ਤੁਸੀਂ ਜ਼ਰੂਰ ਨਿਗਾਹ ਰੱਖਣੀ, ਕਿਉਂਕਿ ਉਹ ਜ਼ਿਆਦਾ ਡੇਂਜਰਸ ਆ ਦੂਸਰੇ ਸਿੱਖਾਂ ਨਾਲੋਂ। ਇਹ ਗੱਲ ਉਸ ਸਰਕੂਲਰ ਦੇ ਵਿੱਚ, ਜਿਹੜਾ ਗਵਰਨਮੈਂਟ ਦਾ ਸਰਕੂਲਰ ਆ ਔਰ ਆਰਮੀ ਦੇ ਵਿੱਚੋਂ ਸਰਕੂਲੇਟ ਹੋਇਆ, ਤਾਂ ਜਦੋਂ ਉਹ ਜ਼ਿਆਦਾ ਚਰਚਿਤ ਹੋਈ ਉਸ ਗੱਲ ਦੇ ਉੱਤੇ, ਤਾਂ ਹਾਈ ਕੋਰਟ ਦੇ ਵਿੱਚ, ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਉਸ ਦੇ ਉੱਤੇ ਰਿਟ ਹੋ ਗਈ ਵੀ ਇਹ ਤਾਂ ਬਹੁਤ ਹੀ ਮਤਲਬ ਇਸ ਕਿਸਮ ਦਾ ਅਟੈਕ ਆ ਜਿਸ ਨੂੰ ਤੁਸੀਂ ਐਕਸਪਲੇਨ ਹੀ ਨਹੀਂ ਕਰ ਸਕਦੇ। ਤਾਂ ਮਤਲਬ ਅੰਮ੍ਰਿਤਧਾਰੀ ਸਿੱਖ ਹੋਣਾ ਕੋਈ ਗੁਨਾਹ ਨਹੀਂ ਹੈ। ਅੰਮ੍ਰਿਤਧਾਰੀ ਸਿੱਖ ਹੋਣਾ ਇੱਕ ਵਚਨਬੱਧਤਾ ਹੈ ਗੁਰੂ ਦੇ ਨਾਲ, ਜੋ ਸਾਡੀ ਟ੍ਰੈਡੀਸ਼ਨ ਹੈ, ਜੋ ਸਾਡੀ ਪ੍ਰੈਕਟਿਸ ਹੈ, ਉਹ ਸਾਡਾ ਹੈਰੀਟੇਜ ਹੈ। ਤੋ ਉਸ ਤੋਂ ਮਤਲਬ ਫਿਰ ਹਾਈ ਕੋਰਟ ਜਦੋਂ ਰਿਟ ਹੋਈ ਤਾਂ ਗਵਰਨਮੈਂਟ ਨੇ ਉਸ ਨੂੰ ਵਿਡਰਾ ਕਰ ਲਿਆ ਉਸ ਸਰਕੂਲਰ ਨੂੰ। ਤੋ ਇਸ ਤੋਂ ਇਲਾਵਾ ਮਤਲਬ ਇਸ ਕਿਸਮ ਦੀਆਂ ਇੰਸਟਰਕਸ਼ਨਸ ਦਿੱਤੀਆਂ ਗਈਆਂ। ਔਰ ਇੱਕ ਹੋਰ ਤੁਹਾਨੂੰ ਦੱਸਦਾ, ਜਿਹੜੇ ਫੌਜੀ ਜਾਂ CRPF ਜਿਹੜੀ ਸੈਂਟਰਲ ਰਿਜ਼ਰਵ ਫੋਰਸਿਸ ਦੇ ਇੱਥੇ ਲਾਈ ਗਈ ਪੰਜਾਬ ਦੇ ਵਿੱਚ, ਸਾਰੇ ਪਿੰਡਾਂ ਵਿੱਚ, ਕਸਬਿਆਂ ਵਿੱਚ, ਸ਼ਹਿਰਾਂ ਦੇ ਵਿੱਚ
ਕੋਈ ਐਸਾ ਨੁੱਕ ਐਂਡ ਕਾਰਨਰ ਨਹੀਂ ਛੱਡਿਆ ਗਿਆ ਜਿੱਥੇ ਉਹਨਾਂ ਨੇ ਸਰਚਸ ਨਹੀਂ ਕੀਤੀਆਂ, ਲੋਕਾਂ ਨੂੰ ਪਰੇਸ਼ਾਨ ਨਹੀਂ ਕੀਤਾ, ਡੀਮੋਰਲਾਈਜ਼ ਨਹੀਂ ਕੀਤਾ, ਮਤਲਬ ਉਹਦੀ ਇੰਤਹਾ ਨਹੀਂ ਕੋਈ। ਉਹ ਅਨਰਿਟਨ ਉਹਨਾਂ ਦੀ ਮਾਨਸਿਕਤਾ ਜਿਹੜੀ ਲੋਕਾਂ ਦੀ ਸੀਗੀ ਨਾ, ਹੁਣ ਦੇਖੋ ਕਿਤਾਬਾਂ ਆ ਰਹੀਆਂ, ਉਹਦੇ ਵਿੱਚ ਬ੍ਰਿਟਿਸ਼ ਗਵਰਨਮੈਂਟ ਦੀ ਇਨਵੋਲਵਮੈਂਟ ਵੀ ਆ। ਅਨਫੋਰਚੂਨੇਟਲੀ ਨਾ ਤਾਂ ਇੰਡੀਆ ਦੀ ਗਵਰਨਮੈਂਟ ਉਹ ਡਾਕੂਮੈਂਟ ਜਿਹੜੇ ਸੀਕ੍ਰੇਟ ਡਾਕੂਮੈਂਟ ਆ ਦਰਬਾਰ ਸਾਹਿਬ ਤੇ ਅਟੈਕ ਦੇ, ਉਹਨਾਂ ਨੂੰ ਡੀਕੋਡ ਕਰ ਰਹੀ ਆ, ਨਾ ਜਿਹੜੀ ਬ੍ਰਿਟਿਸ਼ ਗਵਰਨਮੈਂਟ ਆ ਉਹ ਵੀ, ਕਿਉਂਕਿ ਉਸ ਵੇਲੇ ਮਾਰਗਰੇਟ ਥੈਚਰ ਦੀ ਸਰਕਾਰ ਸੀ ਇੰਗਲੈਂਡ ਦੇ ਵਿੱਚ। ਉਸ ਨੇ ਹਿੰਦੁਸਤਾਨ ਦੀ ਸਰਕਾਰ ਨੂੰ ਬਹੁਤ ਜ਼ਿਆਦਾ ਮਦਦ ਦਿੱਤੀ ਕਿ ਇਸ ਕਿਸਮ ਦਾ ਕੁਕਰਮ ਕੀਤਾ ਜਾਵੇ ਔਰ ਜ਼ਬਰ ਕੀਤਾ ਜਾਵੇ ਸਿੱਖ ਕਮਿਊਨਿਟੀ ਦੇ ਉੱਤੇ। ਔਰ ਉਸ ਤੋਂ ਇਲਾਵਾ ਜਿਹੜੀ KGB ਜਿਹੜੀ ਸੋਵੀਅਤ ਯੂਨੀਅਨ ਦੀ ਇੰਟੈਲੀਜੈਂਸ ਏਜੰਸੀ ਸੀ, ਉਹ ਵੀ ਮਤਲਬ ਹਿੰਦੁਸਤਾਨ ਦੀ ਸਰਕਾਰ ਦੇ ਡਿਸਪੋਜ਼ਲ ਤੇ ਆਈ। ਹੁਣ ਇਸ ਤੋਂ ਵੱਧ ਜੇ ਉਹ ਤਾਂ ਉਸ ਵੇਲੇ ਪਤਾ ਲੱਗ ਸਕਦਾ ਜਦੋਂ ਸਰਕਾਰ ਆਪਣੇ ਪੇਪਰ ਡੀਕੋਡ ਕਰੇਗੀ। ਔਰ ਦੇਖੋ ਇਹ ਇੱਕ ਕਾਨੂੰਨ ਹੈ, ਸਾਡਾ ਵੀ ਕਾਨੂੰਨ ਆ, ਇੰਗਲੈਂਡ ਦੀ ਸਰਕਾਰ ਦਾ ਵੀ ਕਾਨੂੰਨ ਆ, ਵੀ 30 ਸਾਲ ਤੋਂ ਬਾਅਦ ਜਿਹੜੇ ਸੀਕ੍ਰੇਟ ਡਾਕੂਮੈਂਟ ਹੁੰਦੇ ਆ ਉਹਨਾਂ ਨੂੰ ਡੀਕੋਡ ਕਰ ਦੇਣਾ ਚਾਹੀਦਾ। ਲੇਕਿਨ ਸਾਡੀ ਇਹ ਸੁਭਾਸ਼ ਚੰਦਰ ਬੋਸ ਦੇ ਇਹਨਾਂ ਨੇ ਪੇਪਰ ਡੀਕੋਡ ਕੀਤੇ ਆ ਕਿ ਨਹੀਂ, ਉਹਦੇ 'ਚ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਗਿਆ ਵੀ ਕਿਸ ਤਰ੍ਹਾਂ ਉਹਦੀ ਮੌਤ ਹੋਈ। ਕਹਾਣੀ ਜਿਹੜੀ ਕੰਟਰੋਵਰਸੀ ਸੀ ਉਹ ਖਤਮ ਹੋ ਗਈ। ਜੇ ਇਹ ਪੇਪਰ ਡੀਕੋਡ ਕਰ ਦਿੰਦੇ ਆ ਤਾਂ ਪਤਾ ਲੱਗ ਜਾਏਗਾ ਕਿ ਕਿਹੜੇ ਸਿੱਖ ਆਰਗੇਨਾਈਜੇਸ਼ਨਸ, ਖਾਸ ਤੌਰ ਦੇ ਉੱਤੇ ਜਿਹੜਾ ਲੌਂਗੋਵਾਲ ਅਕਾਲੀ ਦਲ ਸੀ ਉਹਦੀ ਕੀ ਇਨਵੋਲਵਮੈਂਟ ਸੀ, ਜਾਂ ਹੋਰ ਇਸ ਕਿਸਮ ਦੇ ਕਈ ਗਰੁੱਪ ਸੀ ਉਹਨਾਂ ਦੀ ਕਿਸ ਕਿਸਮ ਦੀ ਇਨਵੋਲਵਮੈਂਟ ਸੀ, ਅੰਦਰੂਨੀ ਤੌਰ ਦੇ ਉੱਤੇ ਕਿਸ ਤਰੀਕੇ ਨਾਲ ਸਰਕਾਰ ਨੂੰ ਮਦਦ ਕਰਦੇ ਸੀ, ਜਿਹਦੇ ਨਾਲ ਸਿੱਖਾਂ ਦੇ ਉੱਤੇ ਅਟੈਕ ਹੁੰਦਾ ਸੀ ਔਰ ਉਹ ਡਾਇਰੈਕਸ਼ਨ ਦਿੰਦੇ ਸੀ, ਉਹ ਆਇਡੈਂਟੀਫਾਈ ਕਰਦੇ ਸੀ ਵੀ ਆਹ ਸਿੱਖ ਆ ਜਿਹੜਾ ਜੀ ਬਹੁਤ ਖਤਰਨਾਕ ਆ, ਇਸ ਨੂੰ ਤੁਸੀਂ ਮਤਲਬ ਮਾਰੋ। ਇੱਥੋਂ ਤੱਕ ਜੀ ਮੈਂ ਤੁਹਾਨੂੰ ਦੱਸਾਂ, ਇਤਨੀ ਦਰਦਨਾਕ ਕਹਾਣੀਆਂ ਹੈ, ਜੇ ਤੁਸੀਂ ਪੜ੍ਹਦੇ ਹੋ ਤੁਹਾਡੇ ਮਤਲਬ ਦਿਲ ਕੰਬ ਜਾਂਦਾ। 32 ਬੱਚੇ ਚੱਕੇ ਦਰਬਾਰ ਸਾਹਿਬ ਦੇ ਵਿੱਚੋਂ, ਜਿਨ੍ਹਾਂ ਦੀ ਉਮਰ 2 ਤੋਂ 12 ਸਾਲ ਦੀ ਸੀ, ਉਹਨਾਂ ਨੂੰ ਆਇਡੈਂਟੀਫਾਈ ਕੀਤਾ ਟੈਰਰਿਸਟ, ਵੁੱਡ ਬੀ ਟੈਰਰਿਸਟ, ਪੋਟੈਂਸ਼ੀਅਲੀ ਟੈਰਰਿਸਟ, ਅੰਗਰੇਜ਼ੀ ਦੇ ਲਫ਼ਜ਼ ਆ। ਟੈਰਰਿਸਟ ਤਾਂ ਤੁਹਾਨੂੰ ਪਤਾ ਹੀ ਹੈ, ਆਤੰਕਵਾਦੀ ਜਿਹੜਾ ਉਹ 2 ਸਾਲ ਦਾ ਬੱਚਾ ਕਿਸ ਤਰੀਕੇ ਦੇ ਨਾਲ ਆਤੰਕਵਾਦੀ ਹੋ ਸਕਦਾ, ਹਥਿਆਰ ਉਸਦੇ 'ਚ ਹੋ ਸਕਦੇ, ਉਹਨੂੰ ਵਿਚਾਰੇ ਨੂੰ ਪਤਾ ਹੀ ਨਹੀਂ। ਔਰ ਉਹਨਾਂ ਨੂੰ ਉੱਥੋਂ ਚੱਕ ਕੇ ਉਹ ਲੁਧਿਆਣਾ ਜੇਲ੍ਹ ਦੇ ਵਿੱਚ ਲੈ ਗਏ। ਲੁਧਿਆਣਾ ਜੇਲ੍ਹ ਦੇ ਵਿੱਚ 3 ਕੈਟੇਗਰੀਜ਼ ਉਹਨਾਂ ਨੇ ਬਣਾ ਲਈਆਂ, 2 ਸਾਲ ਤੋਂ 12 ਸਾਲ ਦੇ ਬੱਚੇ। ਔਰ ਫਿਰ ਇੱਕ ਚਟੋਪਾਧਿਆ ਹਿਊਮਨ ਰਾਈਟਸ ਐਕਟਿਵਿਸਟ ਸੀਗੀ ਵਿਚਾਰੀ ਬਾਹਰਲੀ, ਉਸ ਨੇ ਸੁਪਰੀਮ ਕੋਰਟ ਦੇ ਵਿੱਚ ਰਿਟ ਕੀਤੀ ਕਿ ਭਾਈ ਇਹ ਕੀ ਹੋ ਰਿਹਾ ਇਸ ਮੁਲਕ ਦੇ ਵਿੱਚ। 2 ਸਾਲ ਤੋਂ 12 ਸਾਲ ਦੇ ਬੱਚਿਆਂ ਨੂੰ ਤੁਸੀਂ ਆਇਡੈਂਟੀਫਾਈ ਕਰ ਰਹੇ ਹੋ ਟੈਰਰਿਸਟ, ਵੁੱਡ ਬੀ ਟੈਰਰਿਸਟ, ਪੋਟੈਂਸ਼ੀਅਲੀ ਟੈਰਰਿਸਟ। ਇਤਨੀ ਮਤਲਬ ਅਤਿਆਚਾਰ ਜਿਹੜਾ ਮੈਂ ਸਮਝਦਾ ਦੁਨੀਆ ਦੇ ਇਤਿਹਾਸ ਦੇ ਵਿੱਚ ਨਹੀਂ ਹੋਇਆ। ਕਿਸ ਨੇ ਹਿੰਦੁਸਤਾਨ ਦੀਆਂ ਫੌਜਾਂ ਨੂੰ ਗਾਈਡ ਕੀਤਾ, ਕਿਸ ਨੇ ਉਹ ਐਡਵਾਈਜ਼ਰੀ ਦਿੱਤੀ, ਕਿਸ ਨੇ ਇਸ ਕਿਸਮ ਦੀਆਂ। ਫਿਰ ਜਦੋਂ ਉਹਨਾਂ ਨੂੰ ਛੱਡਿਆ ਗਿਆ ਤਾਂ CBI ਨੂੰ ਪੁੱਛਣ ਲੱਗੇ ਪ੍ਰੈਸ ਵਾਲੇ ਵੀ ਕੀ ਗੱਲ, ਉਹ ਕਹਿੰਦਾ ਤੁਹਾਡੇ ਲਈ ਹਿਊਮਨ ਰਾਈਟਸ ਦੀ ਗੱਲ ਆ, ਸਾਡੇ ਲਈ ਮਤਲਬ ਇਹ ਟੈਰਰਿਸਟ ਹੈਗੇ। ਇਸ ਕਿਸਮ ਦੀ ਉਸ ਨੇ ਪ੍ਰੈਸ ਸਟੇਟਮੈਂਟ ਦਿੱਤੀ। ਇਹ ਸਾਰੀਆਂ ਮੇਰੀਆਂ ਇਸ ਕਿਤਾਬ ਦੇ ਵਿੱਚ ਲਿਖੀਆਂ, ਪਹਿਲੀਆਂ ਮੇਰੀਆਂ ਸਾਰੀਆਂ ਕਿਤਾਬਾਂ ਅੰਗਰੇਜ਼ੀ ਦੇ ਵਿੱਚ ਆ, ਪਰ ਮੈਨੂੰ ਬਹੁਤ ਸਾਰੇ ਜਿਹੜੇ ਮੇਰੇ ਰੀਡਰ ਸੀ ਉਹ ਕਹਿੰਦੇ ਸੀ ਜੀ ਸਾਨੂੰ ਅੰਗਰੇਜ਼ੀ ਸਮਝ ਨਹੀਂ ਆਉਂਦੀ, ਥੋੜ੍ਹੀ ਡਿਫੀਕਲਟ ਅੰਗਰੇਜ਼ੀ ਆ, ਸਾਨੂੰ ਉਹਦੀ ਮਹਾਰਤ ਨਹੀਂ ਬਣਦੀ। ਤਾਂ ਮੈਂ ਫਿਰ ਉਹਨਾਂ ਦੀ ਸਹੂਲਤ ਦੇ ਲਈ ਕੁਝ ਅੰਸ਼ ਜਿਹੜੇ ਆ ਇਸ ਕਿਤਾਬ 'ਚ ਦਿੱਤੇ। ਡਾਕਟਰ ਸਾਹਿਬ, ਤੁਸੀਂ ਉਸ ਵਰਤਾਂਤ ਨੂੰ, ਉਸ ਵਰਤਾਰੇ ਨੂੰ ਨੇੜੇ ਤੋਂ ਨਾਪਿਆ, ਨੇੜੇ ਤੋਂ ਦੇਖਿਆ, ਜਿਹੜਾ 1984 ਦੇ ਵਿੱਚ ਸਿੱਖ ਰੈਫਰੈਂਸ ਦੀ ਜਿਹੜੀ ਲਾਇਬ੍ਰੇਰੀ ਸੀ ਉਹ ਵੀ ਉਜਾੜ ਦਿੱਤੀ ਗਈ, ਉਹ ਵੀ ਅੱਗ ਲਾ ਦਿੱਤੀ ਗਈ। ਲੱਖਾਂ ਕਿਤਾਬਾਂ ਸੀ, ਜਿਹੜਾ ਲੱਖਾਂ ਇਤਿਹਾਸ ਸੀ ਲੱਖਾਂ ਸਾਲ ਪੁਰਾਣਾ, ਉਹ ਸਾੜ ਕੇ ਸਵਾਹ ਕਰ ਦਿੱਤਾ ਗਿਆ। ਪਰ ਸਮੇਂ ਦੀਆਂ ਸਰਕਾਰਾਂ ਪੰਜਾਬ ਨਾਲ ਕਿਉਂ ਧੱਕਾ ਕਰਦੀਆਂ, ਇੱਕ ਵੱਡਾ ਸਵਾਲ ਆ। ਦੇਖੋ, ਪੰਜਾਬ ਦੇ ਵਿੱਚ ਸਿੱਖ ਆਬਾਦੀ ਹੈ, ਮੈਜੋਰਿਟੀ ਸਿੱਖਾਂ ਦੀ ਹੈ, ਔਰ ਸਿੱਖਾਂ ਦੀ ਆਪਣਾ ਇੱਕ ਆਇਡੈਂਟੀਟੀ ਹੈ। ਉਹਨਾਂ ਦੀ ਸਪਿਰਿਚੁਅਲ ਆਇਡੈਂਟੀਟੀ ਆ, ਉਹਨਾਂ ਦੀ ਰਿਲੀਜੀਅਸ ਆਇਡੈਂਟੀਟੀ ਆ, ਉਹਨਾਂ ਦੀ ਸਮਾਜਿਕ ਆਇਡੈਂਟੀਟੀ ਆ, ਔਰ ਉਸ ਆਇਡੈਂਟੀਟੀ ਦੇ ਲਈ ਉਹਨਾਂ ਦਾ ਇੱਕ ਹੈਰੀਟੇਜ ਆ ਜਿਹੜਾ ਗੁਰੂਆਂ ਨੇ ਉਹਨਾਂ ਨੂੰ ਦਿੱਤਾ। ਜਿਸ ਤਰ੍ਹਾਂ ਗੁਰਮੁਖੀ ਦੀ ਆਪਾਂ ਗੱਲ ਕਰੀਏ, ਗੁਰਮੁਖੀ ਸਾਨੂੰ ਗੁਰੂਆਂ ਦੀ ਦਾਤ ਹੈ। ਤੋ ਇਸੇ ਤਰੀਕੇ ਨਾਲ ਅਸੀਂ ਪੰਜਾਬੀ ਬੋਲਦੇ ਹਾਂ, ਸਾਡੀਆਂ ਆਪਣੀਆਂ ਟ੍ਰੈਡੀਸ਼ਨਸ ਆ, ਸਾਡੀਆਂ ਆਪਣੀਆਂ ਪ੍ਰੈਕਟਿਸਿਸ ਆ, ਸਾਡਾ ਆਪਣਾ ਸੰਸਕਾਰ ਹੈ ਜਿਹਨਾਂ ਨੂੰ ਪੰਜਾਬੀ ਦੇ ਵਿੱਚ ਅਸੀਂ ਕਹਿ ਦਈਏ। ਤੋ ਇਸ ਕਰਕੇ ਉਹ ਮਿਲਦੇ ਨਹੀਂ। ਜਿਹੜੀ ਮੈਜੋਰਿਟੀ ਕਮਿਊਨਿਟੀ ਆ ਇਸ ਮੁਲਕ ਦੀ,
ਖਾਸ ਤੌਰ ਤੇ ਹਿੰਦੂ ਕਮਿਊਨਿਟੀ, ਉਹਨਾਂ ਦਾ ਆਪਣਾ ਟ੍ਰੈਡੀਸ਼ਨ ਆ, ਉਹਨਾਂ ਦਾ ਆਪਣਾ ਧਰਮ ਆ। ਜਿਸ ਤਰ੍ਹਾਂ ਉਸ ਵਰਨ ਆਸ਼ਰਮ ਧਰਮ ਨੂੰ ਮੰਨਦੇ ਆ, ਜਾਤ ਪਾਤ ਨੂੰ ਮੰਨਦੇ ਆ, ਅਸੀਂ ਜਾਤ ਪਾਤ ਨੂੰ ਨਹੀਂ ਮੰਨਦੇ। ਸਾਡੇ ਗੁਰੂਆਂ ਨੇ ਜਾਤ ਪਾਤ ਦਾ ਖੰਡਨ ਕੀਤਾ, ਜਾਤ ਪਾਤ ਨੂੰ ਤੋੜਿਆ। ਖਾਲਸੇ ਦੀ ਸਿਰਜਣਾ ਦੇ ਵਿੱਚ ਉਹਨਾਂ ਨੇ ਛੋਟੀਆਂ ਜਾਤਾਂ ਨੂੰ ਮਤਲਬ ਉਸ ਪਲੇਟਫਾਰਮ ਤੇ ਲੈ ਕੇ ਆਏ ਜਿਹੜਾ ਕਿ ਦੂਸਰੇ ਵੱਡੇ ਜਾਤਾਂ ਵਾਲੇ ਇੰਜੋਏ ਕਰਦੇ ਹੁੰਦੇ ਸੀ। ਤੋ ਇਸ ਕਿਸਮ ਦਾ ਸਾਡਾ ਧਰਮ ਹੈ ਜਿਹੜਾ ਵਿਲੱਖਣ ਆ, ਔਰ ਜਿਸ ਦੇ ਵਿੱਚ ਅਸੀਂ ਜਦੋਂ ਅਰਦਾਸ ਕਰਦੇ ਹਾਂ ਸਰਬੱਤ ਦੇ ਭਲੇ ਦੀ ਕਰਦੇ ਹਾਂ, ਅਸੀਂ ਆਪਣੇ ਸਵਾਰਥ ਲਈ ਨਹੀਂ ਕਰਦੇ। ਸਾਡਾ ਹੀ ਜਿਹੜਾ ਧਰਮ ਹੈ ਮਾਨਵਤਾ ਦਾ ਧਰਮ ਹੈ, ਔਰ ਉਹ ਦੁਨੀਆ ਦੇ ਵਿੱਚ ਇੱਕ ਵਿਲੱਖਣ ਧਰਮ ਹੈ। ਅਸੀਂ ਮਤਲਬ ਇਸ ਕਿਸਮ ਦੀ ਦੁਨੀਆ ਦੇ ਵਿੱਚ ਰਾਹ ਚਾਹੁੰਦੇ ਹਾਂ ਜਿਸ ਦੇ ਵਿੱਚ ਕਿਸੇ ਕਿਸਮ ਦਾ ਵਿਤਕਰਾ ਨਾ ਹੋਵੇ, ਕਿਸੇ ਕਿਸਮ ਦਾ ਕਿਸੇ ਨਾਲ ਧੱਕਾ ਨਾ ਹੋਵੇ, ਕਿਸੇ ਕਿਸਮ ਦਾ ਕਿਸੇ ਨਾਲ ਜ਼ੁਲਮੋ ਸਿਤਮ ਨਾ ਹੋਵੇ। ਉਹ ਚਾਹੇ ਸਾਡੀ ਗੱਲ ਹੋਵੇ ਚਾਹੇ ਕਿਸੇ ਹੋਰ ਦੀ। ਅਸੀਂ ਇਸੇ ਕਰਕੇ ਅਰਦਾਸ 'ਚ ਕੀ ਕਹਿੰਦੇ ਹਾਂ, ਨਿਓਟਿਆਂ ਦੀ ਓਟ ਨਿਆਸਰਿਆਂ ਦਾ ਆਸਰਾ। ਅਸੀਂ ਨਿਓਟਾ ਇਹ ਨਹੀਂ ਦੱਸਦੇ ਕੌਣ ਆ, ਅਸੀਂ ਕਹਿੰਦੇ ਹਾਂ ਨਿਓਟਾ ਕੋਈ ਵੀ ਹੋ ਸਕਦਾ। ਉਹ ਹਿੰਦੂ ਵੀ ਹੋ ਸਕਦਾ, ਉਹ ਮੁਸਲਮਾਨ ਵੀ ਹੋ ਸਕਦਾ, ਸਿੱਖ ਵੀ ਹੋ ਸਕਦਾ, ਈਸਾਈ ਕੋਈ ਵੀ ਹੋ ਸਕਦਾ। ਉਸ ਨਿਓਟੇ ਨਿਆਸਰੇ ਨੂੰ ਖਾਲਸੇ ਨੇ ਸਹਾਰਾ ਬਣਨਾ, ਖਾਲਸੇ ਨੇ ਉਹਦੀ ਮਦਦ ਕਰਨੀ, ਖਾਲਸੇ ਨੇ ਉਹਦੇ ਹੱਕ ਵਿੱਚ ਖੜਾ ਹੋਣਾ, ਹੱਕ ਦਾ ਨਾਅਰਾ ਮਾਰਨਾ। ਜ਼ਰੂਰਤ ਪਏ ਤਾਂ ਕਿਰਪਾਨ ਜਿਹੜੀ ਗੁਰੂ ਮਹਾਰਾਜ ਨੇ ਦਿੱਤੀ ਹੈ ਉਸ ਦਾ ਵੀ ਇਸਤੇਮਾਲ ਕਰਨਾ, ਉਹਦੀ ਪ੍ਰੋਟੈਕਸ਼ਨ ਲਈ, ਉਹਦੀ ਡਿਫੈਂਸ ਲਈ। ਤੋ ਇੱਕ ਅਜੀਬੋ ਗਰੀਬ ਕਿਸਮ ਦਾ ਜਿਹੜਾ ਧਰਮ ਆ, ਜਿਹੜਾ ਦੁਨੀਆ ਦੇ ਵਿੱਚ ਇਸ ਕਿਸਮ ਦੀ ਗੱਲ ਹੈ ਨਹੀਂ, ਹੋਈ ਨਹੀਂ। ਸਿੱਖ ਇਹੀ ਨਹੀਂ ਕਿ ਗੱਲ ਕਹੀ ਗਈ ਆ, ਇਹੀ ਨਹੀਂ ਕਿ ਗੱਲ ਲਿਖੀ ਗਈ ਆ। ਗੁਰੂਆਂ ਨੇ ਐਸੀ ਹੈਰੀਟੇਜ ਦਿੱਤੀ। ਜਦੋਂ ਬਾਬਾ ਬੰਦਾ ਸਿੰਘ ਬਹਾਦਰ ਦਾ ਰਾਜ ਆਇਆ ਥੋੜ੍ਹੀ ਦੇਰ ਦੇ ਲਈ, ਉਸ ਦੇ ਵਿੱਚ ਉਸਨੇ ਕੀ ਕੀਤਾ, ਹੁਕਮ ਜਾਰੀ ਕੀਤਾ ਪਹਿਲੀ ਵਾਰ ਹਿੰਦੁਸਤਾਨ ਦੇ ਇਤਿਹਾਸ ਦੇ ਵਿੱਚ, ਜਿਹੜੇ ਲੋਕ ਕਿਸਾਨੀ ਕਰਦੇ ਆ ਉਹ ਮੁਜ਼ਾਰੇ ਨਹੀਂ ਰਹਿਣਗੇ, ਉਹ ਕਿਸਾਨ, ਉਹ ਧਰਤੀ ਦੇ ਮਾਲਕ ਆ। ਅੱਜ ਵੀ ਰੌਲਾ ਤੁਹਾਨੂੰ ਪਤਾ, ਸੰਘਰਸ਼ ਜਿਹੜਾ ਕਿਸਾਨੀ ਸੰਘਰਸ਼ ਚੱਲ ਰਿਹਾ ਇਸੇ ਗੱਲ ਦੇ ਉੱਤੇ ਚੱਲ ਰਿਹਾ। ਜਿਸ ਪ੍ਰਥਾ ਨੂੰ, ਜਿਸ ਟ੍ਰੈਡੀਸ਼ਨ ਨੂੰ ਬੰਦਾ ਸਿੰਘ ਬਹਾਦਰ ਨੇ ਤੋੜ ਕੇ ਇੱਕ ਨਵੀਂ ਟ੍ਰੈਡੀਸ਼ਨ ਐਸਟੈਬਲਿਸ਼ ਕੀਤੀ ਸੀਗੀ। ਪਹਿਲਾਂ ਕੀ ਹੁੰਦਾ ਸੀ ਤੁਹਾਨੂੰ ਦੱਸਣਾ ਚਾਹੁੰਦਾ ਕਿ ਪਹਿਲਾਂ ਜਿਹੜੀ ਜਿੰਨਾ ਵੀ ਲੈਂਡ ਸੀ ਉਹ ਸਟੇਟ ਦੀ ਮਤਲਬ ਉਹਦੇ ਤੇ ਅਥਾਰਟੀ ਹੁੰਦੀ ਸੀ, ਸਟੇਟ ਉਹਦੀ ਮਲਕੀਅਤ ਸੀ, ਉਹਨਾਂ ਨੂੰ ਦੇ ਦਿੰਦੀ ਸੀ ਵੀ ਲਓ ਵੀ ਕਿਸਾਨ, ਔਰ ਕਿਸਾਨ ਉਹ ਮਤਲਬ ਮਾਲੀਆ ਦਿੰਦੇ ਸੀ। ਉਸ ਦੀ ਮਤਲਬ ਮਾੜੀ ਮੋਟੀ ਜੋ ਵੀ ਹੁੰਦਾ ਟੈਕਸ ਲੈਣ ਤੋਂ ਬਾਅਦ ਜਿੰਨਾ ਵੀ ਉਸਦੇ ਉੱਤੇ ਲੱਗਦਾ ਸੀ, ਉਸ ਤੋਂ ਬਾਅਦ ਉਹ ਮਤਲਬ ਆਪ ਵਿਚਾਰੇ ਰੋਟੀ ਤੋਂ ਵੀ ਕਈ ਵਾਰੀ ਅਪਾਹਜ ਹੋ ਜਾਂਦੇ ਸੀ। ਬੰਦਾ ਸਿੰਘ ਬਹਾਦਰ ਨੇ ਬਹੁਤ ਵੱਡਾ ਇੱਕ ਰੈਵੋਲੂਸ਼ਨਰੀ ਸਟੈਪ, ਦੋ ਵੱਡੇ, ਬਹੁਤ ਵੱਡੀ ਉਹਦੀ ਕੰਟਰੀਬਿਊਸ਼ਨ ਆ, ਮੈਂ ਤੁਹਾਨੂੰ ਦੱਸਣਾ ਚਾਹੁੰਦਾ। ਇੱਕ ਇਹ ਆ ਕਿ ਇਹ ਸਮਝਿਆ ਜਾਂਦਾ ਸੀ ਵੀ ਮੁਗਲਾਂ ਨੂੰ ਕੋਈ ਹਰਾ ਨਹੀਂ ਸਕਦਾ, ਦੇ ਆਰ ਇਨਵਿੰਸੀਬਲ। ਇੱਕ ਮਿੱਥ ਬਣ ਗਈ ਸੀ, ਸਮਝਦੇ ਨਾ ਮਿੱਥ। ਤਾਂ ਉਸ ਮਿੱਥ ਨੂੰ ਉਸ ਬੰਦੇ ਨੇ ਤੋੜ ਦਿੱਤਾ, ਬੰਦਾ ਸਿੰਘ ਬਹਾਦਰ ਨੇ, ਕਿ ਇਹਨਾਂ ਨਾਲ ਵੀ ਲੜਿਆ ਜਾ ਸਕਦਾ ਔਰ ਇਹਨਾਂ ਨੂੰ ਮੈਦਾਨੇ ਜੰਗ ਦੇ ਵਿੱਚ ਹਰਾਇਆ ਜਾ ਸਕਦਾ। ਇਹ ਬਹੁਤ ਵੱਡੀ ਗੱਲ ਸੀ, ਔਰ ਇਹ ਹੀ ਇੱਕ ਮਤਲਬ ਗੱਲ ਐਸਟੈਬਲਿਸ਼ ਕਰ ਦਿੱਤੀ, ਔਰ ਲੋਕ ਉੱਠ ਖੜੇ ਹੋਏ। ਜੇ ਲੋਕ ਉੱਠ ਖੜੇ ਹੋਣਗੇ, ਇਕੱਠੇ ਹੋਣਗੇ ਔਰ ਜ਼ੁਲਮੋ ਸਿਤਮ ਦੇ ਖਿਲਾਫ ਲੜਨਗੇ, ਉਹ ਤੋੜਿਆ ਜਾ ਸਕਦਾ। ਇਹ ਗੱਲ ਬਹੁਤ ਵੱਡੀ। ਯਾਨੀ ਫਿਰ ਉਸ ਤੋਂ ਬਾਅਦ ਦੇਖੋ ਮਿਸਲਾਂ ਦਾ ਰਾਜ ਆਇਆ, ਕਿਸੇ ਦੇ ਨਾਲ ਕੋਈ ਵਿਤਕਰਾ ਨਹੀਂ, ਕਿਸੇ ਦੇ ਨਾਲ ਦੁਸ਼ਮਣੀ ਨਹੀਂ ਕੱਢੀ ਗਈ ਵੀ ਇਹਨਾਂ ਦੇ ਵੱਡੇ ਵਡੇਰਿਆਂ ਨੇ ਸਾਡੇ ਗੁਰੂਆਂ ਦੀਆਂ ਸ਼ਹਾਦਤਾਂ ਕੀਤੀਆਂ ਸੀ, ਕਿਸੇ ਸਾਡੇ ਗੁਰੂਆਂ ਦੇ ਸਿਰਾਂ ਦੇ ਉੱਤੇ, ਦੂਸਰੇ ਸਿੱਖਾਂ ਦੇ ਸਿਰਾਂ ਦੇ ਉੱਤੇ ਮੁੱਲ ਰੱਖੇ ਸੀ, ਨਹੀਂ। ਅੱਗੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਜਿਹੜਾ ਹੈ ਉਹ ਕੀ ਸੀ, ਉਹਨੂੰ ਪੁੱਛਦੇ ਸੀ ਵੀ ਇੱਕ ਤੁਹਾਡਾ ਰਾਜਾ, ਉਹ ਕਹਿੰਦੇ ਸਰਕਾਰੇ ਖਾਲਸਾ। ਔਰ ਜਿਹੜੇ ਕੁਆਇਨਸ ਵੀ ਇਸ਼ੂ ਹੋਏ ਜਾਂ ਗਵਰਨਮੈਂਟ ਦੀ ਜਿਹੜੀ ਸੀਲ ਵੀ ਸੀ ਉਸ ਦੇ ਉੱਤੇ ਗੁਰੂਆਂ ਦਾ, ਗੁਰੂ ਨਾਨਕ ਦਾ, 10ਵੇਂ ਪਾਤਸ਼ਾਹ ਦਾ। ਤੋ ਇਹ ਬੜੀ ਯੂਨੀਕ ਗੱਲ ਹੈ। ਦੁਨੀਆ ਦੇ ਇਤਿਹਾਸ ਦੇ ਵਿੱਚ ਜਿੰਨੇ ਵੀ ਰੂਲਰ ਹੋਏ ਆ ਉਹਨਾਂ ਨੇ ਆਪਣੇ ਨਾਵਾਂ ਤੇ, ਆਪਣੇ ਖਾਨਦਾਨਾਂ ਦੇ ਉੱਤੇ ਹੀ ਸਿੱਕੇ ਚਲਾਏ ਆ। ਤੋ ਲੇਕਿਨ ਜਿਹੜੀ ਇੱਕ ਵਿਲੱਖਣ ਦੁਨੀਆ ਦੇ ਵਿੱਚ ਸਿੱਖ ਕੌਮ ਆ ਜਿਸ ਨੇ ਜਦੋਂ ਵੀ ਰਾਜ ਕੀਤਾ, ਜਿਹੜੇ ਸਿੱਕੇ ਚਲਾਏ ਆਪਣੇ ਗੁਰੂਆਂ ਦੇ ਨਾਂ ਤੇ, ਜਿਹੜੇ ਮਾਨਵਤਾ ਦੇ ਲਈ ਖੜੇ। ਤੋ ਇਹ ਵਿਲੱਖਣ ਚੀਜ਼ਾਂ ਹੈਗੀਆਂ ਜਿਹੜੀਆਂ ਦੁਨੀਆ ਦੇ ਦੂਸਰੇ ਲੋਕਾਂ ਦੇ ਇਤਿਹਾਸ ਦੇ ਵਿੱਚ ਨਹੀਂ ਮਿਲਦੀਆਂ। ਜੇ ਗੱਲ ਕਰੀਏ ਤਾਂ ਤੁਸੀਂ ਕਿਹਾ ਕਿ ਦੁਨੀਆ ਦੇ ਉੱਪਰ ਵਿਲੱਖਣ ਕੌਮ ਸਿੱਖ ਕੌਮ ਆ, ਉਹ ਸਾਰਾ ਜਹਾਨ ਮੰਨਦਾ, ਸਾਰੀ ਜਿਹੜੀ ਕਾਇਨਾਤ ਆ ਉਹ ਮੰਨਦੀ ਆ ਵੀ ਜਿਹੜੀ ਸਿੱਖ ਆ ਉਹ ਮਰਜੀਵੜੇ ਆ, ਉਹ ਮਰਨ ਤੋਂ ਬਾਅਦ ਵੀ ਲੜਦੇ ਰਹਿੰਦੇ ਨੇ। ਉਦਾਹਰਨ ਬਾਬਾ ਦੀਪ ਸਿੰਘ ਦੀ ਹੋ ਗਈ ਆ। ਪਰ ਇੱਕ ਇਹਦੇ ਵਿੱਚ ਇੱਕ ਵੱਡਾ ਸਵਾਲ ਇਹ ਵੀ ਆ
ਕਿ ਜਿਹੜੇ ਸਿੱਖ ਨੇ ਉਹਨਾਂ ਦੇ ਵਿੱਚ ਗਦਾਰ ਕਿਉਂ ਪੈਦਾ ਹੁੰਦੇ ਨੇ, ਜਿਹੜੀਆਂ ਗਦਾਰੀਆਂ ਨੇ ਉਹ ਸਿੱਖਾਂ ਦੇ ਹਿੱਸੇ ਕਿਉਂ ਆਉਂਦੀਆਂ ਨੇ, ਜਿਹੜੇ ਸਿੱਖ ਨੇ ਉਹਨਾਂ ਦੇ ਵਿੱਚ ਗਦਾਰ ਪੈਦਾ ਹੋ ਜਾਂਦੇ ਨੇ। ਹਾਂ, ਇਹ ਬੜੀ ਤਰਾਸਦੀ ਆ, ਇਹ ਬੜੀ ਮਤਲਬ ਦੁਖਦਾਈ ਗੱਲ ਹੈ। ਕੁਝ ਲੋਕ ਜਿਹੜੇ ਆਪਣੇ ਸਵਾਰਥ ਨਾਲ ਇੰਨੇ ਵੱਜੇ ਵੇ, ਹੁਣ ਦੀ ਗੱਲ ਨਹੀਂ, ਗੁਰੂਆਂ ਵੇਲੇ ਵੀ ਹੋਏ ਆ। ਤੁਸੀਂ ਦੇਖੋ 10ਵੇਂ ਪਾਤਸ਼ਾਹ ਨੇ 3 ਤਾਕਤਾਂ ਦੇ ਖਿਲਾਫ ਲੜਾਈ ਲੜੀ। ਪਹਿਲੀ ਲੜਾਈ ਕਿਹਦੇ ਖਿਲਾਫ ਲੜੀ? ਮਸੰਦਾਂ ਦੇ। ਮਸੰਦ ਕੌਣ ਸੀ? ਪਹਿਰਾਵੇ 'ਚ ਤਾਂ ਸਿੱਖ ਹੀ ਸੀ, ਮਤਲਬ ਉਹ ਪਹਿਰਾਵੇ 'ਚ ਆਇਡੈਂਟੀਫਾਈ ਕਰਦੇ ਸੀ ਸਿੱਖ, ਔਰ ਉਹ ਸਿੱਖੀ ਦੇ ਨਾਂ ਦੇ ਉੱਤੇ ਲੋਕਾਂ ਨੂੰ, ਗਰੀਬਾਂ ਨੂੰ, ਨਿਹੱਥਿਆਂ ਨੂੰ ਐਕਸਪਲੋਇਟ ਕਰਦੇ ਸੀ। ਤੋਂ ਮਹਾਰਾਜ ਨੇ ਕਿਹਾ ਪਹਿਲੀ ਲੜਾਈ ਉਹਨਾਂ ਨੂੰ, ਅੰਦਰਲਾ ਦੁਸ਼ਮਣ ਜ਼ਿਆਦਾ ਘਾਤਕ ਤੇ ਖਤਰਨਾਕ ਹੁੰਦਾ। ਅੱਜ ਵੀ ਬੜੇ ਮਸੰਦ ਬੈਠੇ ਆ ਸਾਡੇ ਵਿੱਚ, ਜਿਹੜੇ ਘਾਤਕ ਆ, ਜਿਹੜੇ ਖਾਮ ਖਾ ਬਗੈਰ ਕਿਸੇ ਨੂੰ ਇਨਵਾਈਟ ਕੀਤਿਆਂ ਦਿੱਲੀ ਦੀ ਸਰਕਾਰ ਦੇ ਮੁਤਾਜ ਰਹਿੰਦੇ ਆ। ਤੋ ਇਸ ਕਰਕੇ ਮਹਾਰਾਜ 10ਵੇਂ ਪਾਤਸ਼ਾਹ ਦੇ ਆਦੇਸ਼ ਦੇ ਮੁਤਾਬਕ ਸਭ ਤੋਂ ਪਹਿਲੀ ਲੜਾਈ ਸਿੱਖ ਕੌਮ ਨੂੰ ਆਪਣੇ ਅੰਦਰ ਬੈਠੇ ਦੁਸ਼ਮਣ ਦੇ ਨਾਲ ਲੜਨੀ ਪਏਗੀ, ਕਿਉਂਕਿ ਉਹ ਜ਼ਿਆਦਾ ਘਾਤਕ ਹੁੰਦਾ, ਜ਼ਿਆਦਾ ਖਤਰਨਾਕ ਹੁੰਦਾ। ਜਿਹੜੀ ਅੰਦਰਲੀ ਬਿਮਾਰੀ ਜਿਵੇਂ ਕੈਂਸਰ ਹੈ, ਉਹ ਜ਼ਿਆਦਾ ਸਭ ਤੋਂ ਘਾਤਕ ਹੈ ਕਿ ਉਹਦਾ ਪਤਾ ਨਹੀਂ ਲੱਗਦਾ। ਦੂਸਰਾ ਜਿਹੜਾ ਸਾਹਮਣੇ ਦੁਸ਼ਮਣ ਆ, ਜਿਸ ਤਰ੍ਹਾਂ ਮੁਗਲ ਅੰਪਾਇਰ ਦੀ ਆਪਾਂ ਗੱਲ ਕਰੀਏ, ਉਹ ਸਾਹਮਣੇ ਦਿਖਦਾ। ਪਹਾੜੀ ਹਿੱਲ ਰਾਜਿਆਂ, ਹਿੰਦੂ ਹਿੱਲ ਰਾਜਿਆਂ ਦੀ ਗੱਲ ਕਰੀਏ, ਸਾਹਮਣੇ ਦਿਖਦੇ ਆ। ਤੋ ਸਭ ਤੋਂ ਵੱਡਾ ਤਾਂ ਜਿਹੜਾ ਦੁਸ਼ਮਣ ਆ ਤੁਹਾਡਾ ਅੰਦਰ ਬੈਠਾ ਹੁੰਦਾ। ਸੋ ਅੰਦਰ ਬੈਠੇ ਦੁਸ਼ਮਣ ਨੂੰ ਸਭ ਤੋਂ ਪਹਿਲਾਂ ਪਛਾਣਨਾ ਚਾਹੀਦਾ, ਔਰ ਫਿਰ ਉਸ ਤੋਂ ਬਾਅਦ ਉਸ ਨੂੰ ਮਤਲਬ ਪੰਥ ਦੇ ਵਿੱਚੋਂ ਖਾਰਜ ਕਰਨਾ ਚਾਹੀਦਾ। ਡਾਕਟਰ ਸਾਹਿਬ ਜੀ ਗੱਲ ਕਰੀਏ ਤਾਂ ਤੁਸੀਂ 1984 ਦੀ ਗੱਲ ਕਰ ਰਹੇ ਸੀ। 1984 ਦੇ ਵਿੱਚ ਇੱਕ ਬੜਾ ਵੱਡਾ ਮੋੜ ਆਉਂਦਾ ਗਾ, ਲੌਂਗੋਵਾਲ ਸਮਝੌਤਾ, ਲੌਂਗੋਵਾਲ ਰਾਜੀਵ ਸਮਝੌਤਾ। ਉਹਦੇ ਤੇ ਤੁਸੀਂ ਰਿਸਰਚ ਕਰੀ ਹੋਣੀ ਆ, ਉਹ ਕੀ ਸੀਗਾ ਅਸਲ ਦੇ ਵਿੱਚ? ਉਹ ਗੱਲ ਇਹ ਸੀ, ਦੇਖੋ ਦੁਨੀਆ ਵਿੱਚ ਲੜਾਈਆਂ ਹੁੰਦੀਆਂ, ਉਹ ਲੜਾਈਆਂ ਕਿਸ ਜਗ੍ਹਾ ਤੇ ਜਿੱਤੀਆਂ ਜਾਂ ਹਾਰੀਆਂ ਜਾਂਦੀਆਂ, ਉਹ ਜਿਹੜਾ ਟੇਬਲ ਹੁੰਦਾ, ਜਦੋਂ ਜਾ ਕੇ ਨੈਗੋਸ਼ੀਏਟਿੰਗ ਟੇਬਲ ਦੇ ਉੱਤੇ ਬੈਠਦੇ। ਇੱਕ ਬਿਸਮਾਰਕ ਹੁੰਦਾ ਸੀ, ਬਹੁਤ ਬੜਾ ਯੂਰਪ ਦਾ ਲੀਡਰ ਸੀ। ਉਹ ਕਿਹਾ ਕਰਦਾ ਸੀ ਕਿ ਬੈਟਲਸ ਆਰ ਫੌਟ ਇਨ ਦੀ ਬੈਟਲਫੀਲਡ ਬਟ ਆਰ ਵਨ ਔਨ ਦੀ ਨੈਗੋਸ਼ੀਏਟਿੰਗ ਟੇਬਲ। ਜਿਹੜੀ ਲੜਾਈ ਸੀ, ਜਿਹਨੂੰ ਅਸੀਂ ਘੱਲੂਘਾਰਾ ਕਹਿੰਦੇ ਹਾਂ, ਉਹ ਸਿੱਖ ਹਾਰੇ ਨਹੀਂ ਸੀ। ਸਿੱਖ ਲੜੇ ਬਹਾਦਰੀ ਦੇ ਨਾਲ। ਉਹਨਾਂ ਨੂੰ ਮੈਂ ਦਾਤ ਦਿੰਦਾ। ਔਰ ਅੱਜ ਜੇ ਸਿੱਖ ਕੌਮ ਜ਼ਿੰਦਾ ਸਿਰ ਚੱਕ ਕੇ ਖੜੀ ਆ, ਉਹਨਾਂ ਲੋਕਾਂ ਦੀਆਂ ਕੁਰਬਾਨੀਆਂ ਤੇ ਉਹਨਾਂ ਦੀਆਂ ਸ਼ਹਾਦਤਾਂ ਦੇ ਉੱਤੇ, ਜਿਨ੍ਹਾਂ ਬੰਦਿਆਂ ਨੇ ਅਣਖ ਦੇ ਨਾਲ, ਅਣਖ ਨਹੀਂ ਗਵਾਈ। ਅਣਖ ਹੀ ਸਭ ਤੋਂ ਵੱਡੀ ਕਿਸੇ ਕੌਮ ਦੀ ਇੱਕ ਮਤਲਬ ਜਾਇਦਾਦ ਹੁੰਦੀ ਆ। ਤੋ ਉਹ ਵਿਚਾਰਿਆਂ ਜਿਹੜੇ ਲੋਕ ਅੰਦਰ ਲੜੇ, ਉਹਨਾਂ ਨੇ ਆਪਣੀਆਂ ਜਾਨਾਂ ਮਤਲਬ ਦੀ ਪਰਵਾਹ ਨਾ ਕਰਦੇ ਹੋਏ ਕਿਤਨੀਆਂ ਬੜੀਆਂ ਬੜੀਆਂ ਸ਼ਹਾਦਤਾਂ ਦਿੱਤੀਆਂ। ਉਹਨਾਂ ਦੇ ਅੱਗੇ ਸਿੱਖਾਂ ਨੂੰ ਕਦੇ ਉਹਨਾਂ ਦੀ ਜਿਹੜੀ ਦੇਣ ਆ ਭੁਲਾਉਣੀ ਨਹੀਂ ਚਾਹੀਦੀ। ਉਸ ਤੋਂ ਬਾਅਦ ਵੀ ਵਿਚਾਰੇ ਲੜੇ, ਸਿੱਖ ਜਿਹੜੇ ਲੜੇ ਕਿਸ ਦੇ ਲਈ ਲੜੇ? ਆਪਣੇ ਲਈ ਨਹੀਂ ਲੜੇ ਉਹ ਵਿਚਾਰੇ, ਉਹ ਕੌਮ ਦੇ ਲਈ ਲੜੇ। ਅੱਜ ਅਸੀਂ ਜੇ ਉਹਨਾਂ ਨੂੰ ਭੁਲਾ ਦਈਏ ਤਾਂ ਸਾਡਾ ਇਤਿਹਾਸ ਹੀ ਮਿਟ ਜਾਏਗਾ। ਤਾਂ ਕੀ ਹੋਇਆ ਕਿ 1984 ਦੇ ਵਿੱਚ ਜਦੋਂ ਘੱਲੂਘਾਰਾ ਸ਼ੁਰੂ ਹੋਇਆ, ਫੌਜ ਪੁਲਿਸ ਦੇ ਉੱਤੇ ਗਈ, ਦਰਬਾਰ ਸਾਹਿਬ ਦੇ ਵਿੱਚ ਐਂਟਰ ਕੀਤੀ, ਤਾਂ ਲੌਂਗੋਵਾਲ ਤੇ ਉਹਦੇ ਜਿਹੜੇ ਸਹਿਯੋਗੀ ਸੀ, ਉਹਨਾਂ ਨੇ ਸਰੈਂਡਰ ਕਰਤਾ। ਲੌਂਗੋਵਾਲ ਕਹਿੰਦਾ ਹੁੰਦਾ ਸੀ ਮੈਂ ਮਰਜੀਵੜਾ। ਉਸ ਨੇ ਮਰਜੀਵੜੇ ਹੋਰ ਵੀ ਬਣਾਏ ਸੀ 700-800, ਮੈਨੂੰ ਐਗਜ਼ੈਕਟ ਨੰਬਰ ਮੇਰੀਆਂ ਕਿਤਾਬਾਂ 'ਚ ਦਿੱਤਾ ਹੋਇਆ। ਉਹਨਾਂ ਨੂੰ ਸਹੁੰ ਖਵਾਈ ਸੀ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਉੱਤੇ ਵੀ ਜੇ ਫੌਜ ਜਾਂ ਪੁਲਿਸ ਦਰਬਾਰ ਸਾਹਿਬ ਦੇ ਵਿੱਚ ਆਏਗੀ ਤਾਂ ਅਸੀਂ ਸ਼ਹਾਦਤਾਂ ਦੇ ਦਾਂਗੇ, ਅਸੀਂ ਸਰੈਂਡਰ ਨਹੀਂ ਕਰਾਂਗੇ। ਲੇਕਿਨ ਜਦੋਂ ਆਈ ਪੁਲਿਸ, ਤਾਂ ਜਿਹੜਾ ਮਰਜੀਵੜਾ ਸੀ ਲੌਂਗੋਵਾਲ, ਸਭ ਤੋਂ ਪਹਿਲਾਂ ਤਾਂ ਉਹ ਸਰੈਂਡਰ ਕੀਤਾ, ਫਿਰ ਉਹ ਆਪਣੇ ਨਾਲ ਲੈ ਗਿਆ ਸਰੈਂਡਰ ਕਰਨ ਵਾਲਿਆਂ ਨੂੰ। ਤੋ ਇਹ ਇੱਕ ਬੜੀ ਤਰਾਸਦੀ ਆ। ਔਰ ਫਿਰ ਉਸ ਤੋਂ ਬਾਅਦ ਕੀਤਾ, ਸਰਕਾਰ ਨੇ ਉਸ ਨੂੰ ਕੈਦ 'ਚੋਂ ਕੱਢ ਕੇ ਫਿਰ ਉਸ ਨੂੰ ਪ੍ਰੋਜੈਕਟ ਕਰਨਾ ਸ਼ੁਰੂ ਕਰ ਦਿੱਤਾ ਵੀ ਇਹ ਤਾਂ ਅਪੋਸਲ ਆਫ ਪੀਸ ਹੈ, ਪੈਗੰਬਰ ਆ ਪੀਸ ਦਾ। ਤੋ ਉਸ ਦੀ ਬੜੇ ਗੁਣਗਾਨ ਕੀਤੇ, ਹੁਣ ਤੱਕ ਕੀਤੇ ਜਾ ਰਹੇ ਆ। ਹੁਣ ਉਹਦੀ 36ਵੀਂ ਬਰਸੀ ਸੀ, ਉਸ ਦੇ ਉੱਤੇ ਤੁਹਾਨੂੰ ਪਤਾ ਸਰਕਾਰ ਨੇ ਕਿੱਡੇ ਕਿੱਡੇ ਇਸ਼ਤਿਹਾਰ ਦਿੱਤੇ। ਅਮਰਿੰਦਰ ਸਿੰਘ ਨੇ ਬਹੁਤ ਵੱਡੇ ਵੱਡੇ ਇਸ਼ਤਿਹਾਰ ਪੰਜਾਬੀ ਦੇ ਅਖਬਾਰਾਂ 'ਚ, ਅੰਗਰੇਜ਼ੀ ਦੇ, ਹਿੰਦੀ ਦੇ, ਸਾਰੇ ਅਖਬਾਰਾਂ 'ਚ ਕਰੋੜਾਂ ਅਰਬਾਂ ਰੁਪਏ ਦੇ ਦਿੱਤੇ। ਔਰ ਉਹਦੇ 'ਚ ਲਿਖਿਆ ਹੀ ਵਾਜ਼ ਐਨ ਅਪੋਸਲ ਆਫ ਪੀਸ। ਅਪੋਸਲ ਆਫ ਪੀਸ ਦਾ ਮਤਲਬ ਪੈਗੰਬਰ ਆ, ਉਹ ਸ਼ਾਂਤੀ ਦਾ ਪੈਗੰਬਰ ਆ। ਲੇਕਿਨ ਉਹ ਧੋਖੇਬਾਜ਼ ਸੀ, ਉਹ ਬੇਈਮਾਨ ਸੀ, ਉਹ ਬੜਾ ਸਵਾਰਥੀ ਸੀ, ਬੜਾ ਨੀਚ ਸੀ। ਜਿਹੜਾ ਰਾਜੀਵ ਲੌਂਗੋਵਾਲ ਅਕੋਰਡ ਕੀਤਾ, ਉਹਦੀ 9ਵੀਂ ਮਾਦਾ। ਤਾਂ ਕਹਿੰਦੇ ਨੇ ਕਿ ਜੇ ਲੌਂਗੋਵਾਲ ਰਾਜੀਵ ਗਾਂਧੀ ਵਾਲਾ ਸਮਝੌਤਾ ਲਾਗੂ ਹੋ ਜਾਂਦਾ ਤਾਂ ਪੰਜਾਬ ਦੀ ਜਿਹੜੀ ਦਿੱਖ ਆ ਕੁਝ ਹੋਰ ਹੀ ਹੋਣੀ ਸੀ। ਉਹ ਨਹੀਂ, ਉਹਦੇ 'ਚ ਕੁਛ ਨਹੀਂ ਸੀ, ਉਹਦੇ ਵਿੱਚ ਕੁਛ ਨਹੀਂ ਸੀ।
ਉਹਦੇ ਵਿੱਚ ਹੋਰ ਤੁਹਾਨੂੰ ਦੱਸ ਦੇਣਾ ਇੱਕ ਸਿੰਪਲ ਗੱਲ, ਮੇਰੀਆਂ ਆਪਣੀਆਂ ਕਿਤਾਬਾਂ ਅੰਗਰੇਜ਼ੀ ਦੀਆਂ ਇੱਕ ਇੱਕ ਲਫ਼ਜ਼ ਉਸਦਾ ਦਿੱਤਾ ਹੋਇਆ, 3 ਪੇਜ ਤੇ ਆ ਸਾਰਾ। ਉਸ ਦੇ ਵਿੱਚ ਬਲੂ ਸਟਾਰ ਦਾ ਲਫ਼ਜ਼ ਹੀ ਨਹੀਂ ਹੈ। ਮਤਲਬ ਤੁਸੀਂ ਉਸ ਤੋਂ ਅੰਦਾਜ਼ਾ ਲਾ ਲਓ ਵੀ ਉਹ ਕੀ ਹੈ। ਫਿਰ ਉਹਦੀ 9ਵੀਂ ਮੱਦ ਦੇ ਵਿੱਚ ਕੀ ਲਿਖਿਆ ਹੋਇਆ ਕਿ ਅਸੀਂ 15 ਅਗਸਤ 1986 ਤੱਕ SYL ਆਪ ਪੱਟ ਕੇ ਦੇਵਾਂਗੇ। ਮਤਲਬ ਪਾਣੀਆਂ ਦੀ ਲੁੱਟ ਜਾਂ ਬਰਬਾਦੀ, ਜਿਸ ਨੂੰ ਤਬਾਹੀ ਜਿਸ ਨੂੰ ਕਹਿ ਦਿਓ, ਉਸ ਦੇ ਉੱਤੇ ਆਪ ਲਿਖ ਕੇ ਦਿੱਤਾ ਹਰਚੰਦ ਸਿੰਘ ਲੌਂਗੋਵਾਲ ਨੇ। ਮੈਂ ਇਹਨੂੰ ਸੰਤ ਨਹੀਂ ਕਹਿੰਦਾ, ਮੈਂ ਉਹਨੂੰ ਸੰਤ ਕਦੇ ਵੀ ਨਹੀਂ ਕਹੂੰਗਾ, ਕਿਉਂਕਿ ਸੰਤ ਦੀ ਇੱਕ ਪਰਿਭਾਸ਼ਾ ਹੁੰਦੀ ਹੈ ਸੱਚ ਦੇ ਨਾਲ ਜੁੜੀ ਹੋਈ। ਤੋ ਉਹ ਤਾਂ ਇਸ ਕਿਸਮ ਦਾ ਪਖੰਡੀ ਆਦਮੀ ਸੀ, ਧੋਖੇਬਾਜ਼ ਬੰਦਾ ਸੀ, ਬੇਈਮਾਨ ਆਦਮੀ ਸੀ, ਜਿਸ ਨੇ ਸਿੱਖਾਂ ਦਾ ਸਿਰ ਨੀਚਾ ਕੀਤਾ। ਔਰ ਇਸੇ ਤਰੀਕੇ ਦੇ ਮਤਲਬ ਉਹ ਜਿਹੜਾ ਰਾਜੀਵ ਲੌਂਗੋਵਾਲ ਅਕਾਰਡ ਹੈ, ਉਹ ਮਤਲਬ ਦਰਬਾਰ ਸਾਹਿਬ ਦੇ ਉੱਤੇ ਫੌਜੀ ਤੇ ਪੁਲਿਸ ਦੇ ਜਿਹੜਾ ਹੋਇਆ ਘਟਨਾਕ੍ਰਮ ਉਦੋਂ ਵੱਧ ਖਤਰਨਾਕ ਉਸਨੇ ਬੰਦੇ ਨੇ ਕੀਤਾ। ਤੋ ਇਹ ਹੁੰਦੀਆਂ, ਮੈਂ ਇਸੇ ਕਰਕੇ ਤੁਹਾਨੂੰ ਮੈਟਰਨਿਕ ਨੂੰ ਕੋਟ ਕੀਤਾ ਨਾ, ਕਿ ਜਿਹੜੀਆਂ ਲੜਾਈਆਂ ਹੁੰਦੀਆਂ ਮੈਦਾਨੇ ਜੰਗ 'ਚ ਲੜੀਆਂ ਜਾਂਦੀਆਂ, ਜਿੱਤੀਆਂ ਜਾਂਦੀਆਂ ਨੈਗੋਸ਼ੀਏਟਿੰਗ ਟੇਬਲ ਤੇ। ਤੋ ਉਸ ਵੇਲੇ ਜਿਸ ਦਿਨ ਉਸਨੇ ਰਾਜੀਵ ਲੌਂਗੋਵਾਲ ਅਕਾਰਡ ਤੇ ਸਾਈਨ ਕਰਤੇ, ਅਸੀਂ ਹਾਰ ਗਏ, ਉਹ ਜਿੱਤ ਗਏ। ਅਸੀਂ ਹਾਰ ਗਏ, ਉਹ ਜਿੱਤ ਗਏ ਉਸ ਦਿਨ। ਲੇਕਿਨ ਲੜਾਈ ਦਾ ਫੈਸਲਾ ਪਹਿਲਾਂ ਨਹੀਂ ਹੋਇਆ, ਲੜਾਈ ਦਾ ਫੈਸਲਾ ਉਸ ਦਿਨ ਹੋਇਆ, ਕਿਉਂਕਿ ਉਹ ਤੋਂ ਲਿਖਾ ਕੇ ਲੈ ਲਿਆ ਲੌਂਗੋਵਾਲ ਤੋਂ ਵੀ ਆਹ ਲਿਖ ਤੋਂ, ਜਿਸ ਦੇ ਵਿੱਚ ਇਹ ਲਫ਼ਜ਼ ਹੀ ਨਹੀਂ ਹੈ ਆਪਣਾ ਦਰਬਾਰ ਸਾਹਿਬ ਦੇ ਘੱਲੂਘਾਰੇ ਦਾ ਰੈਫਰੈਂਸ ਨਹੀਂ, ਬਲੂ ਸਟਾਰ ਦਾ ਰੈਫਰੈਂਸ ਨਹੀਂ। ਔਰ ਮੈਂ ਇੱਥੇ ਤੁਹਾਨੂੰ ਹੋਰ ਵੀ ਦੱਸਣਾ ਚਾਹੁੰਦਾ, ਬਹੁਤ ਪੜ੍ਹੇ ਲਿਖੇ, ਬੜੇ ਆਪਣੇ ਆਪ ਨੂੰ ਕਹਿੰਦੇ ਆ ਵੀ ਅਸੀਂ ਤਾਂ ਬਹੁਤ ਪੜ੍ਹੇ ਲਿਖੇ ਹਾਂ, ਬੜਾ ਘਮੰਡ 'ਚ, ਉਹ ਬਲੂ ਸਟਾਰ ਆਪਰੇਸ਼ਨ ਨਹੀਂ ਹੈ। ਆਪਰੇਸ਼ਨ ਉਹਨਾਂ ਦਾ ਲਫ਼ਜ਼ ਆ, ਉਹਨਾਂ ਲਈ ਆਪਰੇਸ਼ਨ ਹੈ, ਸਾਡੇ ਲਈ ਘੱਲੂਘਾਰਾ। ਸਾਡੇ ਲਈ ਬਲੂ ਸਟਾਰ ਅਟੈਕ ਤੁਸੀਂ ਕਹਿ ਸਕਦੇ ਹੋ ਜੇ ਅੰਗਰੇਜ਼ੀ 'ਚ ਹੀ ਲਿਖਣਾ। ਲੇਕਿਨ ਸਾਰੇ ਪੜ੍ਹੇ ਲਿਖੇ ਲੋਕ, ਆਪਰੇਸ਼ਨ ਕੀ ਹੁੰਦਾ? ਤੁਹਾਡੇ 60 ਵੱਜੀ, ਤੁਸੀਂ ਆਪਰੇਸ਼ਨ ਕਰਾਉਣ ਜਾਂਦੇ, ਆਪਰੇਸ਼ਨ ਪੋਜ਼ਿਟਿਵ ਲਫ਼ਜ਼ ਹੁੰਦਾ। ਤੋ ਗੌਰਮੈਂਟ ਦੇ ਲਈ ਇਹ ਪੋਜ਼ਿਟਿਵ ਗੱਲ ਸੀ, ਸਾਡੇ ਲਈ ਕੀ ਸੀ? ਅਟੈਕ ਔਨ ਦੀ ਹਾਰਟ ਆਫ ਸਿੱਖਿਜ਼ਮ। ਸਿੱਖਿਜ਼ਮ ਦਾ ਦਿਲ ਹੈ ਦਰਬਾਰ ਸਾਹਿਬ। ਦਰਬਾਰ ਸਾਹਿਬ ਕੋਈ ਬ੍ਰਿਕ ਐਂਡ ਮਾਰਟਰ ਨਹੀਂ ਹੈ। ਜੇ ਦਰਬਾਰ ਸਾਹਿਬ ਨੂੰ ਤੁਸੀਂ ਕਹੋ ਕੋਈ ਬਿਲਡਿੰਗ ਨਹੀਂ ਹੈ, ਜਿਸ ਤਰ੍ਹਾਂ ਢੱਡੀਆਂ ਵਾਲਾ ਕਹੀ ਜਾਂਦਾ ਵੀ ਇਹ ਤਾਂ ਬਿਲਡਿੰਗ ਆ, ਜਿਸ ਤਰ੍ਹਾਂ ਦੀ ਹੋਰ ਸਰਕਾਰ ਕਹਾ ਰਹੀ ਹੈ ਨਾ ਉਸ ਤੋਂ। ਤੋ ਮੇਰਾ ਮਤਲਬ ਕਹਿਣ ਦਾ ਹੈ, ਸਾਡੇ ਲਈ ਉਹ ਬਿਲਡਿੰਗ ਨਹੀਂ। ਹੁਣ ਕੀ ਹੈ, ਹੁਣ ਮੈਨੂੰ ਕਈ ਦਿਨ ਹੋ ਗਏ ਕਿਸੇ ਦਾ ਫੋਨ ਆਇਆ ਵੀ ਮੈਂ ਮਹਾਰਾਜਾ ਸਾਹਿਬ ਨੂੰ ਮਿਲਣ ਜਾ ਰਿਹਾ। ਉਹ ਮੈਂ ਕਿਹਾ ਬੇਵਕੂਫਾ ਸਿੱਖਾ, ਮਹਾਰਾਜਾ ਸਿੱਖਾਂ ਦਾ ਗੁਰੂ ਆ, ਅਮਰਿੰਦਰ ਸਿੰਘ ਮਹਾਰਾਜਾ ਨਹੀਂ ਹੈ। ਤੁਸੀਂ ਗੱਲ ਸਮਝਣ ਦੀ ਕੋਸ਼ਿਸ਼ ਹੀ ਨਹੀਂ ਸਿੱਖ ਨੇ ਕੀਤੀ। ਸਾਡਾ ਜੇ ਮਹਾਰਾਜਾ ਗੁਰੂ ਨਾਨਕ ਹੈ ਤਾਂ ਉਹ ਕਿੱਥੇ ਬੈਠੇਗਾ? ਦਰਬਾਰ ਸਾਹਿਬ ਦੇ ਵਿੱਚ ਬੈਠੇ। ਦਰਬਾਰ ਕਿਹਦਾ ਹੁੰਦਾ? ਸ਼ਹਿਨਸ਼ਾਹਾਂ ਦਾ ਹੁੰਦਾ। ਤੋ ਸਾਡਾ ਜਿਹੜਾ ਗੁਰੂ ਆ ਉਹ ਬਾਦਸ਼ਾਹ ਹੈ, ਉਹ ਸ਼ਹਿਨਸ਼ਾਹ ਹੈ, ਉਹ ਦਰਬਾਰ ਵਿੱਚ ਹੀ ਬੈਠੇਗਾ। ਔਰ ਫਿਰ ਕੀ ਹੋਇਆ? ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬੀੜ ਕੰਪਾਈਲ ਕਰਕੇ ਲੈ ਕੇ ਆਏ 1604 ਦੇ ਵਿੱਚ, ਤਾਂ ਗੁਰੂ ਆ ਜਿਹੜਾ ਗੁਰੂ ਗ੍ਰੰਥ, ਉਹ ਸਾਡਾ ਬਾਦਸ਼ਾਹ, ਸਾਡਾ ਸ਼ਹਿਨਸ਼ਾਹ। ਅਸੀਂ ਉਸ ਦੇ ਮਤਲਬ ਬਹੁਤ ਫਾਲੋਅਰ ਆ, ਅਸੀਂ ਉਸ ਨੂੰ ਮਿਲਣਾ ਚਾਹੁੰਦੇ। ਤਾਂ ਉਹ ਕਿੱਥੇ ਬੈਠਦੇ, ਕਿੱਥੇ ਬਿਰਾਜਮਾਨ ਹੋਏ? ਜਿਸ ਜਗ੍ਹਾ ਦੇ ਉੱਤੇ ਗੁਰੂ ਅਰਜਨ ਦੇਵ ਮਹਾਰਾਜ ਮੰਜੀ ਦੇ ਉੱਤੇ ਬਿਰਾਜਮਾਨ ਹੋ ਕੇ ਜਿਹੜੇ ਸਿੱਖ ਸੀ ਉਹਨਾਂ ਨੂੰ ਆਦੇਸ਼ ਦਿਆ ਕਰਦੇ ਸੀ, ਉਹ ਆਪ ਨੀਚੇ ਬੈਠ ਗਏ। ਜਿਹੜੀ ਬੀੜ ਸੀ, ਪੋਥੀ ਸੀ, ਉਹਨੂੰ ਪੋਥੀ ਕਹਿੰਦੇ ਸੀ, ਪੋਥੀ ਨੂੰ ਉਸ ਮੰਜੀ ਸਾਹਿਬ ਤੇ ਬਿਰਾਜਮਾਨ ਕਰ ਦਿੱਤਾ। ਉਸ ਦੇ ਵਿੱਚ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜਿਹਨੂੰ ਆਪਾਂ ਕਹਿੰਦੇ ਆ, ਉਸ ਦੇ ਵਿੱਚ ਹੀ ਲਿਖਿਆ ਪੋਥੀ ਪਰਮੇਸ਼ਰ ਕਾ ਥਾਨ। ਸਿੱਖ ਲਈ ਕੋਈ ਰੱਬ ਦੀ ਭਾਲ ਕਰਨ ਦੀ ਜ਼ਰੂਰਤ ਨਹੀਂ। ਜੰਗਲਾਂ ਦੇ ਵਿੱਚ, ਮਠਾਂ ਦੇ ਵਿੱਚ, ਕਿਸੇ ਹੋਰ ਜਗ੍ਹਾ ਜਾ ਕੇ ਤੁਹਾਨੂੰ ਲੱਭਣ ਦੀ ਲੋੜ ਨਹੀਂ। ਤੁਹਾਡਾ ਗੁਰੂ ਗ੍ਰੰਥ ਹੈ। ਔਰ ਇਹੀ ਗੱਲ ਹੈ ਕਿ ਸੁਪਰੀਮ ਕੋਰਟ ਦੇ ਵਿੱਚ ਇੱਕ ਝਗੜਾ ਹੋਇਆ ਸੀ, ਉਹਦੀ ਮੈਂ ਡਿਟੇਲ 'ਚ ਨਹੀਂ ਜਾਂਦਾ, ਲੰਬੀ ਹੋ ਜਾਂਦੀ ਹੈ ਗੱਲ, ਇਹਦੀ ਕਿਤਾਬ 'ਚ ਲਿਖੀਆਂ ਵੀ। ਤਾਂ ਉਸ ਵੇਲੇ 3 ਹਿੰਦੂ ਜੱਜਾਂ ਨੇ, ਸੁਪਰੀਮ ਕੋਰਟ ਦਿਆਂ ਨੇ ਫੈਸਲਾ ਕੀਤਾ ਸੀ ਕਿ ਗੁਰੂ ਗ੍ਰੰਥ ਜਿਹੜਾ ਸਿੱਖਾਂ ਦਾ ਹੈ ਉਹ ਜੁਰਿਸਟਿਕ ਪਰਸਨ ਹੈ। ਜੁਰਿਸਟਿਕ ਪਰਸਨ ਜਿਉਂਦਾ ਜਾਗਦਾ ਇਨਸਾਨ ਹੁੰਦਾ, ਜਿਸ ਨੂੰ ਹਰ ਕਿਸਮ ਦੇ ਹਕੂਕ ਹੁੰਦੇ ਆ। ਉਹ ਕੋਈ ਜ਼ਮੀਨ ਪ੍ਰਾਪਰਟੀ ਆਪਣੇ ਨਾਂ ਖਰੀਦ ਸਕਦਾ, ਉਹਦਾ ਇੰਤਕਾਲ ਆਪਣੇ ਨਾਂ ਕਰਾ ਸਕਦਾ, ਉਹਦੀ ਰਜਿਸਟਰੀ ਆਪਣੇ ਨਾਂ ਕਰਾ ਸਕਦਾ। ਤੋ ਗੁਰੂ ਗ੍ਰੰਥ ਸਾਹਿਬ ਨੂੰ ਇੰਡੀਅਨ ਕਨਸਟੀਟਿਊਸ਼ਨ ਦੇ ਵਿੱਚ ਜੁਰਿਸਟਿਕ ਪਰਸਨ ਦਾ ਸਟੇਟਸ ਹੈ। ਔਰ ਮੈਂ ਤੁਹਾਨੂੰ ਇਹ ਤੇ ਦੱਸਣਾ,
ਤੁਸੀਂ ਜੇ ਹਿਸਟਰੀ ਪੜ੍ਹੋ ਅਮਰੀਕਾ ਦੀ ਜਾਂ ਕੈਨੇਡਾ ਦੀ ਜਾਂ ਇਹਨਾਂ ਮੁਲਕਾਂ ਦੀ, ਆਸਟ੍ਰੇਲੀਆ ਦੀ, ਤਾਂ ਬਹੁਤ ਅਰਲੀ ਸਟੇਜਸ ਦੇ ਵਿੱਚ ਆਪਣੇ ਸਿੱਖਾਂ ਨੂੰ ਵੀ ਉੱਥੇ ਪ੍ਰਾਪਰਟੀ ਖਰੀਦਣ ਦਾ ਅਧਿਕਾਰ ਨਹੀਂ ਸੀ। ਇਸੇ ਤਰੀਕੇ ਨਾਲ ਜਿਹੜੇ ਵਿਚਾਰੇ ਬਲੈਕ ਸੀ, ਉੱਥੇ ਰਹਿੰਦੇ ਸੀ, ਉੱਥੇ ਦੇ ਵਸਿੰਦੇ ਸੀ, ਉਹ ਵੀ ਪ੍ਰਾਪਰਟੀ ਨਹੀਂ ਸੀ ਖਰੀਦ ਸਕਦੇ, ਕਿਉਂਕਿ ਜੁਰਿਸਟਿਕ ਪੋਜੀਸ਼ਨ ਉਹਨਾਂ ਨੂੰ ਦਿੱਤੀ ਨਹੀਂ ਗਈ। ਉਹ ਸਟਰਗਲ ਤੋਂ ਬਾਅਦ, ਬਹੁਤ ਦੇਰ ਤੋਂ ਬਾਅਦ ਹੁਣ ਮਤਲਬ ਸਿੱਖਾਂ ਕੋਲ ਅਧਿਕਾਰ ਹੈ ਕਿ ਉੱਥੇ ਪ੍ਰਾਪਰਟੀ ਖਰੀਦ ਸਕਦੇ ਆ, ਮਕਾਨ, ਜ਼ਮੀਨ, ਹੋਰ ਜੋ ਮਰਜ਼ੀ ਖਰੀਦੋ। ਤੋ ਇਹ ਬਹੁਤ ਵੱਡੀ ਗੱਲ ਹੈ। ਸਾਨੂੰ ਇਸ ਗੱਲ ਦੇ ਉੱਤੇ ਫਖਰ ਕਰਨਾ ਚਾਹੀਦਾ, ਸਾਨੂੰ ਇਸ ਗੱਲ ਤੇ ਮਾਣ ਕਰਨਾ ਚਾਹੀਦਾ, ਸਾਨੂੰ ਇਸ ਗੱਲ ਦਾ ਸਤਿਕਾਰ ਗੁਰੂ ਦਾ ਕਰਨਾ ਚਾਹੀਦਾ ਕਿ ਅਸੀਂ ਗੁਰੂ ਦੇ ਲੜ ਲੱਗ ਜਾਈਏ। ਇਹ ਬਹੁਤ ਵੱਡੀ, ਆ ਜਿਹੜਾ ਸ਼ਬਦ ਹੈ ਨਾ, ਲੜ ਲੱਗਣ ਵਾਲੀ ਗੱਲ, ਇਹ ਬਹੁਤ ਵੱਡੀ ਗੱਲ। ਗੁਰੂ ਦੇ ਲੜ ਲੱਗਣਾ, ਗੁਰੂ ਦੇ ਨਾਲ ਇੱਕਮਿਕ ਹੋਣਾ। ਤੋ ਸਿੱਖਾਂ ਦੇ ਕੋਲ ਬਹੁਤ ਵੱਡੀ ਵਿਰਾਸਤ ਆ, ਪਰ ਬਦਕਿਸਮਤੀ ਆ ਕਿ ਸਿੱਖ ਹੁਣ ਗੁਰੂ ਤੋਂ ਬੇਮੁਖ ਹੋ ਗਏ। ਇੱਕ ਮੇਰਾ ਇਹਦੇ 'ਚ ਆਰਟੀਕਲ ਵੀ, ਸਿੱਖ ਨੇ ਗੁਰੂ ਤੋਂ ਮੂੰਹ ਮੋੜ ਲਿਆ, ਪਰ ਗੁਰੂ ਨੇ ਸਿੱਖ ਤੋਂ ਮੂੰਹ ਨਹੀਂ ਮੋੜਿਆ। ਅੱਜ ਜੇ ਜਿਉਂਦੇ ਹਾਂ ਅਸੀਂ, ਇਸ ਕਰਕੇ ਜਿਉਂਦੇ ਹਾਂ ਕਿ ਸਾਡੇ ਉੱਤੇ ਗੁਰੂ ਦਾ ਥਾਪੜਾ, ਸਾਡੇ ਕੋਲ ਇੱਕ ਐਸੀ ਵਿਰਾਸਤ ਆ ਜਿਹੜੀ ਦੁਨੀਆ 'ਚ ਕਿਸੇ ਕੋਲ ਨਹੀਂ। ਕਿਹੜੀ ਵਿਰਾਸਤ ਆ? ਸ਼੍ਰੀ ਗੁਰੂ ਗ੍ਰੰਥ ਸਾਹਿਬ, ਲਿਵਿੰਗ ਕਾਰਪੋਰੇਟ ਗੁਰੂ ਆਫ ਦੀ ਸਿੱਖਸ। ਜਿਸ ਕਿਸਮ ਦਾ ਸਟੇਟਸ ਕਿਸੇ ਹੋਰ ਦੁਨੀਆ ਦੇ ਧਾਰਮਿਕ ਗ੍ਰੰਥ ਨੂੰ ਨਹੀਂ, ਚਾਹੇ ਉਹ ਬਾਈਬਲ ਆ, ਚਾਹੇ ਉਹ ਵੇਦ ਆ, ਸ਼ਾਸਤਰ ਆ, ਚਾਹੇ ਇਸੇ ਤਰੀਕੇ ਨਾਲ ਟੋਰਾ ਜਿਹੜਾ ਜਿਊਜ਼ ਦੀ ਮਤਲਬ ਜਿਹਨੂੰ ਸਕ੍ਰਿਪਚਰ ਕਹਿੰਦੇ, ਇਹ ਸਕ੍ਰਿਪਚਰ ਨਹੀਂ ਹੈ। ਸਕ੍ਰਿਪਚਰ ਜਿਹੜੀ ਹੁੰਦੀ ਆ ਉਹਦਾ ਸਟੇਟਸ ਪ੍ਰੋਫਿਟ ਤੋਂ ਨੀਚੇ ਹੁੰਦਾ, ਔਰ ਉਹ ਜਿਹੜੀ ਉਹ ਰਸਤਾ ਦੱਸਦੀ ਹੈ ਰੱਬ ਤੱਕ ਪਹੁੰਚਣ ਦਾ। ਸਾਡਾ ਇਹ ਜਿਹੜਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਆ, ਸਾਕਸ਼ਾਤ ਜਿਉਂਦਾ ਜਾਗਦਾ ਗੁਰੂ ਹੈ। ਇਹਦਾ ਜਿਹੜਾ ਸਟੇਟਸ ਹੈ ਉਹ ਮਤਲਬ ਪੈਗੰਬਰ ਨੇ ਐਸਟੈਬਲਿਸ਼ ਕੀਤਾ ਕਿ ਮੈਂ ਅੱਜ ਨੀਚੇ ਹਾਂ, ਇਹ ਉੱਪਰ ਹੈ। ਤੋ ਗੱਲਬਾਤ ਜਾਰੀ ਹੈਗੀ, ਸਮਾਪਤੀ ਵੱਲ ਵੀ ਵੱਧਦੇ ਆਂਗੇ, ਪਰ ਇੱਕ ਗੱਲ ਅਹਿਮ ਆਂਗੀ, ਜਦੋਂ ਕਿ ਡਾਕਟਰ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਉਦਾਹਰਨ ਦਿੱਤੀ ਹੈ ਕਿ ਇੱਕ ਜਿਉਂਦਾ ਜਾਗਦਾ ਗੁਰੂ ਆ, ਇਸ ਨੂੰ ਇੱਕ ਮਨੁੱਖ ਨਾਲੋਂ ਵੀ ਉੱਚਾ ਦਰਜਾ ਦਿੱਤਾ ਹੋਇਆਗਾ, ਤਾਂ ਅਸੀਂ ਗੱਲਬਾਤ ਕਰਾਂਗੇ ਆਖਰ ਫਿਰ 2015 ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਬੇਅਦਬੀ ਆ ਉਸ ਦੇ ਦੋਸ਼ੀ ਹਜੇ ਤੱਕ ਕਿਉਂ ਨਹੀਂ ਫੜੇ ਗਏ। ਡਾਕਟਰ ਸਾਹਿਬ, ਬੇਅਦਬੀਆਂ ਲਗਾਤਾਰ ਜਾਰੀ ਨੇ, ਪਰ 2015 1 ਜੂਨ ਮਹੀਨਾ, ਉਹ ਮਹੀਨਾ ਜਦੋਂ ਸਿੱਖਾਂ ਦੇ ਰੌਂਗਟੇ ਖੜੇ ਹੋ ਜਾਂਦੇ ਨੇ ਤੇ ਅੱਖਾਂ ਦੇ ਵਿੱਚੋਂ ਨੀਰ ਵਗਣਾ ਸ਼ੁਰੂ ਹੋ ਜਾਂਦਾ, ਤੇ ਲੱਖਾਂ ਲੋਕ ਜਿਹੜੇ ਉੱਥੇ ਸ਼ਹੀਦ ਕਰ ਦਿੱਤੇ ਗਏ ਜੂਨ 1984 ਨੂੰ, ਤੇ ਜੂਨ 2015 ਨੂੰ ਗੁਰੂ ਗ੍ਰੰਥ ਸਾਹਿਬ ਨੂੰ ਚੋਰੀ ਕਰਕੇ ਉਹਨਾਂ ਦੇ ਅੰਗ ਸੀ ਜਿਹੜੇ ਉਹ ਗਲੀਆਂ ਦੇ ਵਿੱਚ ਖਿਲਾਰ ਦਿੱਤੇ ਗਏ। ਤੇ ਹਲੇ ਤੱਕ ਵੀ ਜਿਹੜਾ ਕੇਸਗੜ੍ਹ ਦੇ ਉੱਪਰ ਨਵੀਂ ਘਟਨਾ ਵਾਪਰਦੀ ਆ, ਸਿਰਗਟਾਂ ਬੀੜੀਆਂ ਸੁੱਟੀਆਂ ਜਾਂਦੀਆਂ ਨੇ, ਬੇਅਦਬੀ ਹੁੰਦੀ ਆ, ਪਰ ਕੋਈ ਮਸਲੇ ਦਾ ਹੱਲ ਨਹੀਂ ਹੁੰਦਾ ਹੈਗਾ। ਕੀ ਕਹੋਗੇ ਹੁਣ? ਦੇਖੋ, ਇਸ ਦੇ ਵਿੱਚ ਕੌਣ ਕਸੂਰਵਾਰ ਹੈ? ਪ੍ਰਕਾਸ਼ ਸਿੰਘ ਬਾਦਲ ਕਸੂਰਵਾਰ ਹੈ, ਅਮਰਿੰਦਰ ਸਿੰਘ ਕਸੂਰਵਾਰ। ਜੇ ਮੇਰੀ ਸਮਝ ਦੇ ਮੁਤਾਬਕ ਇਹਨਾਂ ਦੋਨਾਂ ਬੰਦਿਆਂ ਨੂੰ ਕਟਹਿਰੇ 'ਚ ਖੜਾ ਕਰਕੇ ਇਹਨਾਂ ਦੀ ਇੰਟਰੋਗੇਸ਼ਨ ਕੀਤੀ ਜਾਵੇ, ਲਾਜ਼ਮੀ ਤੌਰ 'ਤੇ ਇਹਨਾਂ ਦੀ ਜ਼ਿੰਮੇਵਾਰੀ ਬਣੇਗੀ। ਜੇ ਉਸ ਵੇਲੇ ਜੋ ਕੋਟਕਪੂਰੇ 'ਚ ਹੋਇਆ, ਜੋ ਦੂਸਰੀਆਂ ਜਗ੍ਹਾਵਾਂ ਦੇ ਉੱਤੇ ਹੋਇਆ, ਤਾਂ ਉਸ ਦੇ ਵਿੱਚ ਕੌਣ ਜ਼ਿੰਮੇਵਾਰ ਹੈ? ਆਫਟਰ ਚੀਫ ਮਿਨਿਸਟਰ ਦੀ ਇਜਾਜ਼ਤ ਨਾਲ ਹੋਇਆ ਜੋ ਕੁਛ ਹੋਇਆ, ਚੀਫ ਮਿਨਿਸਟਰ ਦੀ ਹਕੂਮਤ ਦੇ ਵਿੱਚ ਹੋਇਆ ਜੋ ਕੁਛ ਹੋਇਆ। ਜੇ ਕੋਈ ਜ਼ਿੰਮੇਵਾਰੀ ਹੈ ਕਿਸੇ ਬੰਦੇ ਦੀ, ਪਹਿਲੀ ਤਾਂ ਚੀਫ ਮਿਨਿਸਟਰ ਦੀ ਹੈ, ਦੂਜੀ DGP ਦੀ। ਹੁਣ ਇਸ ਕਿਸਮ ਦੇ ਆਦਮੀ ਨੂੰ DGP ਲਾਇਆ ਪ੍ਰਕਾਸ਼ ਸਿੰਘ ਬਾਦਲ ਨੇ 2012 ਦੇ ਵਿੱਚ, ਜਦੋਂ ਸਹੁੰ ਚੁੱਕੀ ਹੈ ਸੁਮੇਧ ਸਿੰਘ ਸੈਣੀ ਨੂੰ, ਜਿਸ ਨੇ ਸੈਂਕੜੇ ਨਿਰਦੋਸ਼ ਸਿੱਖ ਬੱਚਿਆਂ ਦਾ ਕਤਲ ਕਰਵਾਇਆ ਔਰ ਇਤਨਾ ਉਹਨਾਂ ਨੂੰ ਟੌਰਚਰ ਕੀਤਾ ਜਿਸ ਨੂੰ ਸੁਣੋ ਤਾਂ ਤੁਹਾਡੇ ਰੋਮਟੇ ਖੜੇ ਹੋ ਜਾਣਗੇ। ਤੋ ਇਸ ਕਿਸਮ ਦੇ ਆਦਮੀ ਨੂੰ ਹਲੇ ਸਹੁੰ ਨਹੀਂ ਚੱਕੀ ਸੀ। ਸਹੁੰ ਚੱਕਣ ਤੋਂ 4-5 ਘੰਟੇ 3 ਘੰਟੇ ਮੈਨੂੰ ਨਹੀਂ ਪਤਾ ਪਹਿਲਾਂ ਹੀ ਉਹਨੂੰ ਕਿਹਾ ਵੀ ਆਦਾ ਵੀ ਤੂੰ ਹੁਣ ਟੇਕ ਓਵਰ ਕਰ ਲੈ ਐਸ DGP ਪੰਜਾਬ। ਇਹ ਸਾਡੇ ਲੀਡਰ ਸੋ ਕਾਲਡ ਅਕਾਲੀ ਦਲ, ਜਿਸ ਦੀਆਂ ਪਰੰਪਰਾਵਾਂ ਇਹ ਆ ਕਿ ਉਹ ਨਿਹੱਥਿਆਂ ਦੀ ਨਿਓਟਿਆਂ ਦੀ ਓਟ ਬਣਦਾ, ਉਹ ਅੱਜ ਕੀ ਕਰ ਰਿਹਾ? ਅੱਜ ਕਿਸ ਕਿਸਮ ਦੀ ਖੇਡ ਖੇਡੀ ਜਾ ਰਹੀ ਹੈ? ਔਰ ਇੱਕ ਵਾਰੀ ਵੀ ਉਹਨਾਂ ਨੇ ਇਹ ਗੱਲ ਨਹੀਂ ਕਹੀ ਕਿ ਭਾਈ ਅੱਜ ਜਿਹੜੇ ਜੋ ਕੁਛ ਹੁਣ ਕਰ ਰਿਹਾ ਸੋ ਕਾਲਡ ਅਕਾਲੀ ਦਲ, ਆਪਣਾ ਸੁਖਬੀਰ ਸਿੰਘ ਬਾਦਲ ਪ੍ਰਧਾਨ ਬਣ ਗਿਆ, ਇੱਕ ਵਾਰੀ ਨਹੀਂ ਕਿਹਾ
ਕਿ ਤੁਸੀਂ ਜਿਨ੍ਹਾਂ ਲੋਕਾਂ ਤੇ ਇਸ ਕਿਸਮ ਦਾ ਜ਼ੁਲਮੋ ਸਿਤਮ ਕੀਤਾ ਪੁਲਿਸ ਅਫਸਰਾਂ ਨੂੰ, ਉਹਨਾਂ ਨੂੰ ਕਟਹਿਰੇ 'ਚ ਖੜਾ ਕਰਕੇ ਉਹਨਾਂ ਨੂੰ ਦੋਸ਼ੀ ਗਰਦਾਨ ਕੇ ਸਜ਼ਾਵਾਂ ਮਿਲਣੀਆਂ ਚਾਹੀਦੀਆਂ। ਬਲਕਿ ਦੂਜੇ ਪਾਸੇ ਕੀਤਾ, ਪ੍ਰਕਾਸ਼ ਸਿੰਘ ਬਾਦਲ ਨੇ ਫੰਡ ਕ੍ਰੀਏਟ ਕੀਤੇ, ਜਿਨ੍ਹਾਂ ਪੁਲਿਸ ਅਫਸਰਾਂ ਦੇ ਉੱਤੇ ਕੇਸ ਚੱਲ ਰਹੇ ਸੀ ਉਹਨਾਂ ਅਫਸਰਾਂ ਦੀ ਪ੍ਰੋਟੈਕਸ਼ਨ ਤੇ ਡਿਫੈਂਸ ਦੇ ਲਈ ਉਹਨਾਂ ਦੇ ਜੋ ਵੀ ਕੇਸ ਲਿਟੀਗੇਸ਼ਨ ਹੋ ਰਹੀ ਸੀ ਉਸ ਦੇ ਵਿੱਚ ਵਕੀਲਾਂ ਨੂੰ ਪੈਸੇ ਦੇਣੇ ਉਹ ਸਰਕਾਰ ਵੱਲੋਂ ਦਿੱਤੇ ਜਾਂਦੇ ਸੀ। ਇਹ ਇਸ ਕਿਸਮ ਦੀ ਜ਼ਹਿਨੀਅਤ ਦੇ ਲੋਕ ਆ ਜਿਨ੍ਹਾਂ ਦਾ ਕੋਈ ਦੀਨ ਅਮਾਨ ਨਹੀਂ, ਔਰ ਫਿਰ ਉਹ ਕਹਿ ਰਹੇ ਆ ਅਕਾਲੀ ਦਲ, ਫਿਰ ਉਹ ਗੱਲ ਗੁਰੂ ਦੀ ਕਰਦੇ ਆ। ਕਿਹੜੀ ਉਹਨਾਂ ਦੀ ਮਤਲਬ ਮਾਨਸਿਕਤਾ ਆ? ਇਸੇ ਤਰ੍ਹਾਂ ਅਮਰਿੰਦਰ ਸਿੰਘ ਨੇ ਕਿ ਗੁਟਕਾ ਹੱਥ 'ਚ ਰਹਿ ਕੇ ਉੱਧਰ ਜਿਹੜਾ ਸਾਡਾ ਤਖਤ ਹੈ ਤਲਵੰਡੀ ਸਾਬੋ ਦਾ, ਉੱਥੇ ਤੂੰ ਇਹ ਗੱਲ ਕਹਿ ਰਿਹਾ ਉੱਧਰ ਹੱਥ ਕਰਕੇ ਵੀ ਮੈਂ ਐ ਕਰ ਦੂੰਗਾ, ਮੈਂ ਡਰੱਗ ਖਤਮ ਕਰ ਦੂੰਗਾ, ਮੈਂ ਇਸੇ ਤਰੀਕੇ ਨਾਲ ਦੋਸ਼ੀਆਂ ਨੂੰ ਕਟਹਿਰੇ ਵਿੱਚ ਖੜਾ ਕਰ ਦੂੰਗਾ, ਉਹਨਾਂ ਨੂੰ ਸਲਾਖਾਂ ਦੇ ਪਿੱਛੇ ਸਿੱਟ ਦੂੰਗਾ। ਦੋਸ਼ੀ ਤਾਂ ਪ੍ਰਕਾਸ਼ ਸਿੰਘ ਬਾਦਲ ਆ, ਤੂੰ ਤਾਂ ਉਹਦੇ ਨਾਲ ਹੱਥ ਮਿਲਾਇਆ ਵਾ ਅੰਦਰੂਨੀ ਤੌਰ ਤੇ। ਉਹ ਤਾਂ ਹੁਣ ਜੱਗ ਜ਼ਾਹਰ ਹੋ ਰਿਹਾ ਕਿ ਅਮਰਿੰਦਰ ਸਿੰਘ ਕੀ ਸੀ, ਉਹ ਤਾਂ RSS ਦਾ ਬੰਦਾ ਅਮਰਿੰਦਰ ਸਿੰਘ। ਤੋਂ ਮੇਰਾ ਮਤਲਬ ਕਹਿਣ ਦਾ ਇਹ ਆ ਕਿ ਸਾਡੇ ਹੀ ਲੀਡਰ, ਸਾਡੀ ਜਿਹੜੀ ਬਾੜ ਆ ਉਹ ਖੇਤ ਨੂੰ ਖਾ ਰਹੀ ਹੈ, ਬਾੜ ਖੇਤ ਨੂੰ ਖਾ ਰਹੀ ਹੈ। ਖੇਤ ਦਾ ਕਸੂਰ ਨਹੀਂ ਬਾੜ ਦਾ। ਬਾੜ ਨੂੰ ਆਇਡੈਂਟੀਫਾਈ ਕਰੋ, ਬਾੜ ਨੂੰ ਲੱਭੋ ਕਿ ਕਿਹੜੀ ਬਾੜ ਆ, ਕਿਸ ਤਰੀਕੇ ਨਾਲ ਉਹ ਸਾਨੂੰ ਖਾਂਦੀ ਜਾ ਰਹੀ ਆ। ਸਾਡੇ ਲੀਡਰ ਹੀ ਸਾਨੂੰ ਖਾ ਰਹੇ। ਤੋ ਹੁਣ ਮਤਲਬ ਇਹ ਤਾਂ ਲੋਕਾਂ ਤੇ ਨਿਰਭਰ ਕਰਦਾ ਨਾ, ਕਿਉਂਕਿ ਅਸੀਂ ਗੁਰੂ ਤੋਂ ਬੇਮੁਖ ਹੋ ਗਏ। ਗੁਰੂ ਕੌਣ ਆ? ਗੁਰੂ ਗ੍ਰੰਥ ਸਾਹਿਬ। ਅਸੀਂ ਗੁਰੂ ਗ੍ਰੰਥ ਸਾਹਿਬ ਦੇ ਨਾਲ ਡਾਇਲੋਗ ਹੀ ਨਹੀਂ ਕਰਦੇ, ਅਸੀਂ ਉਸ ਨਾਲ ਪਿਆਰ ਨਹੀਂ, ਰਿਸ਼ਤਾ ਜਿਹੜਾ ਵਰਡ ਵੀ ਹੋਇਆ ਸਿੱਖਾਂ ਦਾ ਉਹ ਲਵ ਆ। ਜੇ ਤੋ ਪ੍ਰੇਮ ਖਿਲਨ ਕਾ ਚਾਓ ਸਿਰ ਤਾਂ ਤਲੀ ਗਲੀ ਮੇਰੇ ਹੋਏ ਤੁਮਾਰ ਪੈਰ ਤਰੀਜੇ ਸਿਰ ਦੀਜੇ ਕਾਨ ਨਾ ਕੀ। ਕਿੱਡੀ ਵੱਡੀਆਂ ਗੱਲਾਂ ਮਹਾਰਾਜ ਕਹਿ ਗਏ ਆ। ਤੋ ਮਤਲਬ ਗੁਰੂਆਂ ਨੇ ਆਪਣੇ ਪਰਿਵਾਰ ਨਹੀਂ ਪਾਲੇ। ਗੁਰੂ ਨਾਨਕ ਦੇਵ ਮਹਾਰਾਜ ਨੇ 2 ਬੱਚੇ, ਵਾਈਫ, ਸਭ ਕੁਛ ਸੀ, ਪਰਿਵਾਰ ਸੀ, ਸਭ ਕੁਛ ਸੀ, ਪਿਆਰ ਕਰਦੇ ਸੀ। ਇਹ ਨਹੀਂ ਵੀ ਉਹਦਾ ਪਿਆਰ ਨਹੀਂ ਸੀ ਉਹਨਾਂ ਨੇ ਬੱਚਿਆਂ ਦੇ ਨਾਲ, ਉਹਨਾਂ ਦੀ ਪਰਵਰਿਸ਼ ਕੀਤੀ, ਪਾਲੇ। ਲੇਕਿਨ ਸਭ ਤੋਂ ਵੱਡੀ ਜਿਹੜੀ ਉਹਨਾਂ ਦੇ ਕੋਲ ਜਾਇਦਾਦ ਸੀ ਉਹ ਸੀ ਗੁਰਗੱਦੀ। ਗੁਰਗੱਦੀ ਕਿਹਨੂੰ ਦਿੱਤੀ? ਗੁਰਗੱਦੀ ਲਹਿਣੇ ਨੂੰ ਦਿੱਤੀ, ਜਿਹਨੂੰ ਅੱਗੇ ਜਾ ਕੇ ਅੰਗਦ ਬਣਾਇਆ। ਫਿਰ ਉਹਨੂੰ ਗੁਰੂ ਅੰਗਦ ਬਣਾ ਕੇ ਉਹਦੇ ਅੱਗੇ ਹੱਥ ਬੰਨ੍ਹ ਕੇ ਬੈਠ ਗਏ ਵੀ ਹੁਣ ਤੂੰ ਗੁਰੂ ਆ ਤੇ ਮੈਂ ਤੇਰਾ ਫਾਲੋਅਰ। ਤੋ ਬਹੁਤ ਲੋਕ ਬੜੇ ਨਾਦਾਨ ਇਹੋ ਜਿਹੀ ਗੱਲਾਂ ਕਰ ਦਿੰਦੇ ਆ ਵੀ ਗੁਰੂ ਨਾਨਕ ਦਾ ਗੁਰੂ ਕੌਣ ਸੀ? ਉਹ ਗੁਰੂ ਨਾਨਕ ਦਾ ਗੁਰੂ ਤਾਂ ਉਹਨੇ ਆਪਣੇ ਦਿਖਾਇਆ। ਜੇ ਤੁਹਾਡੀਆਂ ਅੱਖਾਂ ਦਿਮਾਗੀ ਤੌਰ ਤੇ ਮਿਚੀਆਂ ਵੀ ਤੁਸੀਂ ਦੇਖ ਨਹੀਂ ਸਕਦੇ। ਗੁਰੂ ਨਾਨਕ ਦਾ ਗੁਰੂ ਗੁਰੂ ਅੰਗਦ। ਸੋ ਇਸ ਕਰਕੇ ਇਹ ਇੱਕ ਬੜੀ ਮਤਲਬ ਦੁਨੀਆ ਦੇ ਵਿੱਚ ਵਿਲੱਖਣ ਸਾਡਾ ਇਤਿਹਾਸ ਆ, ਵਿਲੱਖਣ ਸਾਡੀਆਂ ਟ੍ਰੈਡੀਸ਼ਨਸ ਆ, ਵਿਲੱਖਣ ਸਾਡੀਆਂ ਮਤਲਬ ਜੋ ਵੀ ਪ੍ਰੈਕਟਿਸਿਸ ਹੈਗੀਆਂ ਉਹ ਗੁਰੂ ਦੀਆਂ ਦਿੱਤੀਆਂ ਵੀ। ਗੁਰੂ ਤਾਂ ਮਤਲਬ ਤੁਸੀਂ ਹੁਣ ਦੇਖੋ ਲਿਪੀ ਬਣਾ ਦੇਣੀ, ਗੁਰਮੁਖੀ ਲਿਪੀ ਗੁਰੂ ਨਾਨਕ ਨੇ ਬਣਾਈ। ਗੁਰਮੁਖੀ ਲਿਪੀ ਬਣਾ ਜਾਂ ਕੋਈ ਵੀ ਲਿਪੀ ਦੁਨੀਆ ਦੇ ਵਿੱਚ ਕੋਈ ਹਿਊਮਨ ਫਾਰਮ 'ਚ ਨਹੀਂ ਬਣੀ। ਅੰਗਰੇਜ਼ਾਂ ਦੀ ਵੀ ਆਪਣੀ ਲਿਪੀ ਰੋਮਨ ਆ, ਉਹ ਪਤਾ ਹੀ ਨਹੀਂ ਕਿਹਨੇ ਬਣਾਈ ਹੈ। ਤੋ ਇਸੇ ਤਰੀਕੇ ਨਾਲ ਆਹ ਦੇਵਨਾਗਰੀ ਆ ਹਿੰਦੀ ਦੀ, ਉਹ ਪਤਾ ਨਹੀਂ ਕਿਹਨੇ ਬਣਾਈ ਹੈ। ਪਰ ਇੱਕ ਲਿਪੀ ਬਣਾਉਣ ਵਾਲਾ ਸਾਖਸ਼ਾਤ ਗੁਰੂ ਹਿਊਮਨ ਫਾਰਮ 'ਚ ਆਇਆ ਦੁਨੀਆ ਦੇ ਲਿਪੀਆਂ ਦੇ ਇਤਿਹਾਸ ਦੇ ਵਿੱਚ। ਜੇ ਅੱਜ ਗੁਰਮੁਖੀ ਲਿਪੀ ਨਾ ਹੁੰਦੀ ਤਾਂ ਸਿੱਖੀ ਦੀ ਆਜ਼ਾਦ ਹਸਤੀ ਰਹਿ ਨਹੀਂ ਸੀ ਸਕਦੀ। ਇਹ ਗੁਰੂ ਦਾ ਵਿਜ਼ਨ ਆ, ਗੁਰੂ ਸੋਚ ਰਿਹਾ, ਗੁਰੂ ਦਾ ਵਿਜ਼ਨ ਆ। ਔਰ ਇਸੇ ਕਰਕੇ ਗੁਰੂਆਂ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮਤਲਬ ਇੱਕ ਲਫ਼ਜ਼ ਬਦਲਣ ਤੇ ਸ਼ਹਾਦਤ ਦਿੱਤੀ। ਗੁਰੂ ਹਰ ਰਾਏ ਸਾਹਿਬ ਨੇ ਆਪਣੇ ਬੇਟੇ ਦੀ, ਰਾਮ ਰਾਏ ਦੀ, ਇੱਕ ਸ਼ਬਦ ਮਿੱਟੀ ਮੁਸਲਮਾਨ ਕੀ ਪੇੜੇ ਪੇ ਕਮਿਆਰ, ਉਹਦੇ ਵਿੱਚ ਉਹਨੇ ਕਹਿਤਾ ਮਿੱਟੀ ਬੇਈਮਾਨ ਕੀ। ਤਾਂ ਆਹ ਸਾਡੀ ਵਿਰਾਸਤ ਆ। ਔਰ ਇਹ ਵਿਰਾਸਤ ਇਸ ਕਰਕੇ ਆ ਕਿ ਗੁਰੂਆਂ ਨੇ ਇਸ ਵਿਰਾਸਤ ਨੂੰ ਐਸਟੈਬਲਿਸ਼ ਕਰਨ ਲਈ ਆਪਣੇ ਪਰਿਵਾਰਾਂ ਦੀਆਂ ਸ਼ਹਾਦਤਾਂ ਦਿੱਤੀਆਂ। ਤੋ ਇਹ ਬਹੁਤ ਵੱਡੀ ਗੱਲ ਹੈ, ਸਿੱਖਾਂ ਨੂੰ ਕੁੱਖ ਨਹੀਂ ਚਾਹੀਦੀ। ਔਰ ਜਦੋਂ ਤੁਸੀਂ ਉਸ ਨੂੰ ਕੁੱਖੋਗੇ ਤਾਂ ਤੁਸੀਂ ਮਤਲਬ ਉਸ ਦਾ ਆਨੰਦ ਵੀ ਲੈਣੇ। ਤੁਸੀਂ ਕਹਿੰਦੇ ਕਮਾਲ ਹੈ, ਵਾਹ ਗੁਰੂ, ਵਾਹਿਗੁਰੂ ਦਾ ਮਤਲਬ ਵਾਹ ਗੁਰੂ, ਕਿਆ ਬਾਤ ਹੈ ਤੇਰੀ, ਕਿਆ ਮਤਲਬ ਤੇਰੀ ਵਿਲੱਖਣਤਾ ਹੈ, ਕਿੱਡੀ ਤੇਰੀ ਸੋਚ ਆ, ਕਿੱਡੀ ਤੇਰੀ ਵਿਚਾਰ ਆ, ਕਿੱਡੀ ਤੇਰੀ ਡੂੰਘਾਈ ਆ ਉਸ ਗੱਲ ਦੇ ਵਿੱਚ, ਸਮਝੇ ਨਾ। ਤੋ ਗੁਰੂ ਅਰਜਨ ਮਹਾਰਾਜ ਦੀ ਸ਼ਹਾਦਤ ਵੀ ਇਸੇ ਕਰਕੇ ਕਿ ਪੋਥੀ ਕਰਕੇ, ਸਮਝੇ ਕਿ ਨਹੀਂ। ਕਿਉਂਕਿ ਇੱਕ ਐਸਾ ਵਿਲੱਖਣ ਮਤਲਬ ਗ੍ਰੰਥ, ਉਸਨੂੰ ਤੁਸੀਂ ਨਹੀਂ ਕਹਿ ਸਕਦੇ ਸਾਖਸ਼ਾਤ ਗੁਰੂ ਖੜਾ ਕਰ ਦਿੱਤਾ।
ਕਿਉਂਕਿ ਪ੍ਰੋਫਿਟ ਮੁਹੰਮਦ ਸਾਹਿਬ ਨੇ ਕਿਹਾ ਸੀ ਕਿ ਮੇਰੇ ਤੋਂ ਬਾਅਦ ਕੋਈ ਪੈਗੰਬਰ ਹੋ ਨਹੀਂ ਸਕਦਾ। ਉਹਨਾਂ ਦਾ ਇਹ ਕਹਿਣਾ ਸੀ, ਜਿਹੜਾ ਆਪਣੇ ਆਪ ਨੂੰ ਪੈਗੰਬਰ ਕਹੇਗਾ ਉਹ ਮੁਸਲਮਾਨਾਂ ਦਾ ਦੁਸ਼ਮਣ ਹੋਏਗਾ। ਲੇਕਿਨ ਗੁਰੂ ਨੇ ਉਹਨਾਂ ਦੇ ਰਾਜ ਦੇ ਵਿੱਚ, ਜਹਾਂਗੀਰ ਦੇ ਰਾਜ ਦੇ ਵਿੱਚ ਕਿਹਾ ਆਹ ਗੁਰੂ, ਇਹ ਗੁਰੂ ਵਿਲੱਖਣ ਵੀ ਹੈ, ਇਹ ਜਿਉਂਦਾ ਜਾਗਦਾ ਗੁਰੂ ਵੀ। ਤੋ ਇਹ ਗੱਲਾਂ ਬਹੁਤ ਹੀ ਮਤਲਬ ਦਿਲਚਸਪ ਵੀ ਹੈ, ਬਹੁਤ ਇਸ ਦੇ ਵਿੱਚੋਂ ਤੁਸੀਂ ਸਿੱਖਦੇ ਹੋ, ਬਹੁਤ ਇਸ ਦਾ ਆਨੰਦ ਵੀ ਮਾਣਦੇ ਹੋ। ਸਮਝੇ? ਜੇ ਗੱਲ ਕਰੀਏ ਤਾਂ ਗੁਰਮੁਖੀ ਦੀ ਤੁਸੀਂ ਗੱਲ ਕਰੀ ਹੈ, ਗੁਰਮੁਖੀ ਲਿਪੀ ਦੀ, ਪੰਜਾਬੀ ਦੀ ਗੱਲ ਕਰੀ ਹੈ, ਪੰਜਾਬੀ ਜ਼ੁਬਾਨ ਆ ਤੇ ਲਿਪੀ ਗੁਰਮੁਖੀ ਹੈ। ਜੇਕਰ ਲਿਪੀ ਜਾਂ ਜ਼ੁਬਾਨ ਦੀ ਗੱਲ ਕਰੀ ਤਾਂ ਅੱਜ ਤਰਾਸਦੀ ਆ ਇਹ ਪੰਜਾਬ ਦੀ, ਪੰਜਾਬ ਤੋਂ ਖੁੱਸਦੀ ਜਾ ਰਹੀ ਆ। ਜੇਕਰ ਆਪਾਂ ਸਕੂਲਾਂ ਕਾਲਜਾਂ ਦੀ ਗੱਲ ਕਰੀਏ ਤਾਂ ਉੱਥੇ ਗੁਰਮੁਖੀ ਜਾਂ ਪੰਜਾਬੀ ਜ਼ੁਬਾਨ ਬਹੁਤ ਘੱਟ ਬੋਲੀ ਜਾਂਦੀ ਆ ਤੇ ਬਹੁਤ ਘੱਟ ਲਿਖੀ ਜਾਂਦੀ ਆ। ਦੇਖੋ, ਗੁਰਮੁਖੀ ਜੇ ਨਾ ਹੁੰਦੀ ਨਾ, ਲਿਪੀ ਨਾ ਹੁੰਦੀ ਤਾਂ ਸਿੱਖੀ ਵੀ ਖਤਮ ਸੀ। ਅੱਜ ਕੀ ਹੋ ਰਿਹਾ, ਕਿੰਨੀਆਂ ਜ਼ਬਾਨਾਂ ਦੇਵਨਾਗਰੀ ਖਾ ਗਈ। ਤੁਸੀਂ ਜੰਮੂ ਤੋਂ ਚੱਲੋ, ਉੱਥੇ ਜਾ ਕੇ ਬੰਗਾਲ 'ਚ ਤੁਸੀਂ ਅਟਕ ਜਾਓ। ਬਿਹਾਰ ਦੀਆਂ ਜਿਹੜੀਆਂ ਜ਼ਬਾਨਾਂ, ਲੈਂਗੁਏਜਿਸ ਆ, ਇਸੇ ਤਰੀਕੇ ਨਾਲ ਹਰਿਆਣੇ ਦੀ ਜਿਹੜੀ ਹਰਿਆਣਵੀ ਨੂੰ ਖਾ ਗਈ ਲਿਪੀ ਦੇਵਨਾਗਰੀ, ਇਸੇ ਤਰੀਕੇ ਦੇ ਨਾਲ ਰਾਜਸਥਾਨੀ ਆ ਉਹਨੂੰ ਖਾ ਗਈ, ਇਸੇ ਤਰੀਕੇ ਦੇ ਨਾਲ ਹੋਰ ਕਿੰਨੀਆਂ ਹੀ ਬਿਹਾਰ ਦੀਆਂ, ਯੂਪੀ ਦੀਆਂ ਕਿੰਨੀਆਂ ਹੀ ਜ਼ਬਾਨਾਂ ਹਿੰਦੀ ਦੀਆਂ ਉਹ ਸਾਰੀ ਦੇਵਨਾਗਰੀ ਖਾ ਗਈ। ਲੇਕਿਨ ਅੜ ਕਿੱਥੇ ਜਾਂਦੀ ਹੈ? ਬੰਗਾਲ ਦੇ ਵਿੱਚ, ਕਿਉਂਕਿ ਬੰਗਾਲੀ ਦੀ ਆਪਣੀ ਲਿਪੀ ਆ ਸੈਪਰੇਟ। ਲਿਪੀ ਦਾ ਬਹੁਤ ਵੱਡੀ ਦੇਣ ਹੁੰਦੀ ਹੈ, ਉਹਦੀ ਬਹੁਤ ਵੱਡੀ ਕੰਟਰੀਬਿਊਸ਼ਨ ਹੁੰਦੀ ਹੈ, ਉਹਦੀ ਬਹੁਤ ਵੱਡੀ ਵਿਲੱਖਣਤਾ ਹੁੰਦੀ ਹੈ। ਤਾਂ ਗੁਰੂ ਦਾ, ਨਾਨਕ ਦਾ ਵਿਜ਼ਨ ਤਾਂ ਦੇਖੋ, ਕਿੱਡੀ ਵੱਡੀ ਇੰਟਲੈਕਟ, ਮਤਲਬ ਮਈਰ ਹੀ ਨਹੀਂ ਕੀਤੀ ਜਾ ਸਕਦੀ। ਯੂਨੀਵਰਸਿਟੀਆਂ ਕਿੰਨੀਆਂ ਦੁਨੀਆ ਦੇ ਵਿੱਚ, ਕਿੱਡੀਆਂ ਕਿੱਡੀਆਂ ਯੂਨੀਵਰਸਿਟੀਆਂ, ਹਾਰਵਰਡ ਯੂਨੀਵਰਸਿਟੀ ਆ, ਆਕਸਫੋਰਡ ਆ, ਕੈਂਬਰਿਜ, ਬਣਾਓ ਲਿਪੀ, ਨਹੀਂ ਬਣਾ ਸਕਦੇ। ਇਹ ਗੁਰੂ ਨਾਨਕ ਦਾ ਹੀ ਇੰਟਲੈਕਟ ਕਹਿ ਲਓ, ਵਿਜ਼ਨ ਕਹਿ ਲਓ, ਉਹਦੀ ਮਤਲਬ ਬਹੁਤ ਵੱਡਾ ਮਤਲਬ ਉਹਦਾ ਆਕਾਰ ਕਹਿ ਲਓ। ਇਹਦੇ ਵਿੱਚ ਹੁੰਦਾ, ਜਿਹੜਾ ਹੁੰਦਾ ਨਾ, ਗੁਰੂ ਨਾਨਕ ਇੱਕ ਪੈਗੰਬਰ ਹੈ ਔਰ ਪੈਗੰਬਰ ਨੂੰ ਰੈਵੀਲੇਸ਼ਨ ਹੋ ਰਹੀ, ਰਿਵੀਲ ਹੋ ਰਿਹਾ। ਉਹ ਆਪ ਵੀ ਕਹਿ ਰਹੇ, ਜੈਸੇ ਵੀ ਆਵੀ ਖਸਮ ਕੀ ਬਾਣੀ ਤੈਸਰਾ ਕਰੀ ਗਿਆਨ ਵੇ ਲੋ ਲੋ, ਮੈਨੂੰ ਉੱਤੋਂ ਟਰਾਂਸਮਿਟ ਹੋ ਰਿਹਾ। ਆਈ ਐਮ ਏ ਮੈਸੇਂਜਰ ਆਫ ਗੋਡ। ਜੋ ਮੈਸੇਂਜਰ ਮੈਨੂੰ ਮੈਸੇਜ ਆ ਰਿਹਾ ਮੈਂ ਤੁਹਾਨੂੰ ਦੱਸ ਰਿਹਾ। ਔਰ ਹੁਣ ਬਹੁਤ ਲੋਕ ਉਈਓ ਗਿਆਨ ਦੀ ਗੱਲ, ਉਹ ਤਾਂ ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ। ਗਿਆਨ ਧਿਆਨ ਕੁਛ ਨਹੀਂ ਹੁੰਦਾ। ਬੜੇ ਆਪਣੇ ਆਪ ਨੂੰ ਗਿਆਨੀ, ਬੜੇ ਇੰਟੈਲੈਕਚੁਅਲ ਸਮਝਦੇ ਆ, ਟੱਡੀਆਂ ਵਾਲਾ ਸਮਝਦਾ ਮੈਨੂੰ ਗਿਆਨ ਆ ਦੁਨੀਆ ਤੋਂ। ਇਹ ਤਾਂ ਕੁਛ ਵੀ ਨਹੀਂ। ਗਿਆਨ ਦੀ ਸਟੇਜ ਬੜੀ ਲੋਅਰ ਆ, ਸਮਝੇ ਕਿ ਨਹੀਂ? ਤੋ ਇਸ ਕਰਕੇ ਮਤਲਬ ਜਿਹੜੀ ਰੈਵੀਲੇਸ਼ਨ ਹੈ ਉਹ ਬਹੁਤ ਵੱਡੀ ਗੱਲ ਹੈ, ਬਹੁਤ ਯੂਨੀਕ ਗੱਲ ਆ। ਇਹਦੇ 'ਚ ਮੈਂ ਥੋੜ੍ਹੀ ਬਹੁਤੀ ਡਿਸਕਸ ਕੀਤੀ ਵੀ, ਪਰ ਮੇਰੀ ਇੱਕ ਕਿਤਾਬ ਆ ਇੰਗਲਿਸ਼ ਆ, ਕ੍ਰਿਟੀਕ ਆਫ ਵੈਸਟਰਨ ਰਾਈਟਿੰਗ ਔਨ ਸਿੱਖ ਰਿਲੀਜਨ ਐਂਡ ਹਿਸਟਰੀ, ਉਸ ਦੇ 'ਚ ਮੈਂ ਬਹੁਤ ਡਿਟੇਲ 'ਚ ਦਿੱਤੀ ਹੈ ਵੀ ਇੰਟਿਊਟਿਵ ਹੁੰਦੇ, ਇੰਟਿਊਸ਼ਨ ਹੁੰਦੀ ਆ ਉਹਨਾਂ ਕੋਲ। ਆਮ ਬੰਦੇ ਹੁਣ ਵੀ ਗੁਰੂ ਦੀ ਇੱਕ ਹੋਰ ਵਿਲੱਖਣਤਾ, ਗੁਰੂ ਕਹਿੰਦਾ ਸਪਿਰਚੁਅਲ ਮੈਨ ਅੱਜ ਵੀ ਹੈਗੇ ਆ, ਹੋਣਗੇ ਵੀ, ਹੋਰ ਵੀ ਬਹੁਤ ਸਪਿਰਚੁਅਲ। ਮੈਂ ਨਹੀਂ ਇਕੱਲਾ ਕਿ ਮੈਂ ਗੁਰੂ ਨਾਨਕ ਹੀ ਇਕੱਲਾ ਸਪਿਰਚੁਅਲ ਮੈਨ ਆ ਔਨ ਦਿਸ ਅਰਥ, ਇਨ ਦਿਸ ਗਲੋਬ, ਹੋਰ ਵੀ ਬੜੇ ਹੈਗੇ। ਤੋ ਮੇਰਾ ਮਤਲਬ ਕਹਿਣ ਦਾ ਇਹ ਆ ਕਿ ਗੁਰੂ ਨੂੰ ਪਿਆਰ ਕਰਕੇ ਉਹਦੇ ਨਾਲ ਇੱਕ ਰਿਸ਼ਤਾ ਬਣਾ ਲਓ। ਉਹ ਗਿਵ ਐਂਡ ਟੇਕ ਦਾ ਰਿਸ਼ਤਾ ਨਹੀਂ ਹੋਏਗਾ, ਉਹ ਮੈਂ ਤੇ ਤੂੰ ਦਾ ਰਿਸ਼ਤਾ ਨਹੀਂ ਹੋਏਗਾ, ਇੱਕੋ ਹੀ ਹੋਏਗਾ। ਸਮਝੇ ਕਿ ਨਹੀਂ? ਮੈਂ ਤੇ ਤੈਂ ਮੁੱਕ ਜੇਗੀ, ਤੋ ਉਹ ਹੈ। ਲੇਕਿਨ ਉਹਦੀ ਜੇ ਤੁਸੀਂ ਉਈਓ ਕਹੋ ਵੀ ਮੈਂ ਤਾਂ ਜੀ ਇਹਦੇ ਅਰਥ ਕਰਤੇ, ਅਰਥ ਹੋ ਨਹੀਂ ਸਕਦੇ, ਅਰਥ ਹੋ ਹੀ ਨਹੀਂ ਸਕਦੇ। ਮੈਂ ਗੁਰੂ ਗ੍ਰੰਥ ਸਾਹਿਬ ਦੇ ਅਰਥ ਨਹੀਂ ਹੋ ਸਕਦੇ। ਐਕਸਕਿਊਜ਼ ਮੀ। ਅਰਥ ਉਹ ਕਰੇ ਬੰਦਾ ਕਰ ਸਕਦਾ ਜਿਸ ਦਾ ਉਸ ਲੈਵਲ ਤੇ ਇੱਕ ਸਪਿਰਚੁਅਲਿਟੀ ਦਾ ਉਹ ਐਕਸਪੀਰੀਅੰਸ ਹੋਏਗਾ। ਸਪਿਰਚੁਅਲਿਟੀ ਇੱਕ ਐਕਸਪੀਰੀਅੰਸ ਆ। ਐਕਸਪੀਰੀਅੰਸ ਨੂੰ ਹੁਣ ਰੈਵੀਲੇਸ਼ਨ ਨੂੰ ਤੁਸੀਂ ਕਿਸ ਤਰ੍ਹਾਂ ਐਕਸਪਲੇਨ ਕਰੋਗੇ? ਇਲਹਾਮ ਉਹਨੂੰ ਕਹਿੰਦੇ ਨਾ ਪੰਜਾਬੀ 'ਚ, ਮੈਨੂੰ ਇਲਹਾਮ ਹੋ ਰਿਹਾ। ਉਹ ਇਲਹਾਮ ਜੇ ਤੈਨੂੰ ਹੈ ਨਹੀਂ ਤੂੰ ਕਿਵੇਂ ਸਮਝ ਲਏਗਾ ਕਿ ਹੈ ਕੀ? ਤੇ ਐਕਸਪੀਰੀਅੰਸ ਜਿਹੜਾ ਹੈਗਾ ਉਹਨੂੰ ਤੂੰ ਕਿਸ ਤਰ੍ਹਾਂ ਟਰਾਂਸਲੇਟ ਕਰੇਂਗਾ ਲਫ਼ਜ਼ਾਂ ਦੇ ਵਿੱਚ? ਨਹੀਂ ਹੋ ਸਕਦਾ। ਇਹ ਤਾਂ ਕਿਉਂਕਿ ਤੁਸੀਂ ਵੈਸਟ ਦੇ ਵਿੱਚ ਇਹ ਆ ਨਾ ਵੀ ਹਰ ਜਿਹੜੀ ਸਕ੍ਰਿਪਚਰ ਆ ਉਹਨਾਂ ਦੀ, ਉਸ ਦਾ ਤੁਸੀਂ ਟਰਾਂਸਲੇਸ਼ਨ ਕਰ ਲਓ, ਉਹ ਇਸ ਦੇ ਟੀਕੇ ਨਹੀਂ ਹੋ ਸਕਦੇ। ਸਿੱਖੋ, ਇਸ ਦੇ ਟੀਕੇ ਨਹੀਂ ਹੋ ਸਕਦੇ। ਇਹਦਾ ਟੀਕਾ ਕੌਣ ਕਰੇਗਾ? ਜਿਸ ਦਾ ਸਪਿਰਚੁਅਲ ਲੈਵਲ ਇਸ ਦੇ ਬਰਾਬਰ ਆ ਕੇ ਗੁਜ਼ਰੇਗਾ। ਤੁਹਾਡਾ ਸਪਿਰਚੁਅਲ ਐਕਸਪੀਰੀਅੰਸ ਕੋਈ ਹੈ ਨਹੀਂ,
ਤੁਹਾਨੂੰ ਕੋਈ ਗੱਲ ਦੀ ਸਮਝ ਨਹੀਂ, ਟੀਕਾਕਰਨ ਤੁਸੀਂ ਉਹਦਾ ਲਫ਼ਜ਼ੀ ਟੀਕੇ ਹੈ, ਇਹ ਲਫ਼ਜ਼ੀ ਨਹੀਂ ਹੈ, ਇਸ ਦੇ ਵਿੱਚ ਬਹੁਤ ਕੁਝ ਸਮੁੰਦਰ ਛੁਪਿਆ ਹੋਇਆ। ਹੁਣ ਮੈਂ ਤੁਹਾਨੂੰ ਇੱਕ ਗੱਲ ਦੱਸਦਾ, ਪਤਾਲਾਂ ਪਤਾਲ ਲੱਖ ਆਕਾਸ਼ਾਂ ਆਕਾਸ਼। ਹੁਣ ਲੇਟੈਸਟ ਜਿਹੜੀ ਵੈਸਟਰਨ ਜਿੰਨੇ ਸਾਇੰਟਿਸਟ ਆ ਉਹਨਾਂ ਨੇ ਲੱਭਿਆ ਵੀ ਇਸ ਪਤਾਲ ਜਿਹੜਾ ਹੈਗਾ ਨਾ ਸਮੁੰਦਰ ਦੀ ਜਿਹੜੀ ਸਤ੍ਹਾ ਹੁੰਦੀ ਆ, ਉਸ ਦੇ ਨੀਚੇ ਵੀ ਲਾਈਫ ਐਗਜ਼ਿਸਟ ਕਰਦੀ ਹੈ। ਇਹ ਹੁਣ ਲੱਭੀ ਆ ਉਹਨਾਂ ਨੇ, ਲੇਕਿਨ ਗੁਰੂ 550 ਸਾਲ ਪਹਿਲਾਂ ਇਹ ਗੱਲ ਕਹਿ ਗਿਆ, ਪਤਾਲਾਂ ਪਤਾਲ ਲੱਖ ਆਕਾਸ਼ਾਂ ਆਕਾਸ਼। ਤੋ ਇਹ ਗਲੈਕਸੀਜ਼ ਹੈਗੀ। ਅੱਜ ਹੁਣ ਤੁਹਾਨੂੰ ਇਹ ਸੂਝੀ ਆਈ, ਗੁਰੂ ਨੇ, ਗੁਰੂ ਦੀ ਵਿਜ਼ਨ, ਗੁਰੂ ਦੀ ਅੰਡਰਸਟੈਂਡਿੰਗ, ਗੁਰੂ ਦੀ ਮਤਲਬ ਕਿਸ ਕਿਸਮ ਦਾ, ਮੈਂ ਇੰਟੈਲੈਕਟ ਤਾਂ ਬਹੁਤ ਛੋਟਾ ਲਫ਼ਜ਼ ਹੈ, ਤੋ ਕੀ ਮਤਲਬ ਕਰਾਮਾਤ ਸੀ, ਕੀ ਮਿਰੇਕਲ ਸੀ ਗੁਰੂ ਦੇ ਕੋਲ, ਜਿਹਨੂੰ ਇਤਨੀ ਮਤਲਬ ਸਮਝੋ, ਉਸ ਸਮਝ ਨੂੰ, ਉਸ ਵਿਚਾਰ ਨੂੰ ਸ਼ਬਦਾਂ ਦੇ ਵਿੱਚ ਪਰੋ ਦੇਣਾ, ਸਮਝੇ ਕਿ ਨਹੀਂ। ਹੁਣ ਆਦਮੀ ਜਿਹੜਾ ਟੀਕਾ ਬਣਾ ਰਿਹਾ, ਕੋਈ ਹੰਕਾਰ ਦੇ ਵਿੱਚ ਬੈਠਾ ਵੀ ਮੈਂ ਟੀਕਾ ਬਣਾ ਰਿਹਾ, ਉਹ ਤੂੰ ਹੰਕਾਰ ਜਿੱਦਣ ਖਤਮ ਕਰਕੇ ਆਏਗਾ ਫਿਰ ਤੈਨੂੰ ਇਹਦੀ ਸਮਝ ਆਊਗੀ। ਤੋ ਇਹ ਸਮਝ ਜਿਹੜੀ ਆ, ਸਮਝ ਨਹੀਂ, ਇਹ ਐਕਸਪੀਰੀਅੰਸ ਹੈ। ਤੋ ਟੀਕਾਕਾਰ ਤਾਂ ਲਫ਼ਜ਼ਾਂ ਦੇ ਨਾਲ ਲੜ ਰਿਹਾ ਨਾ, ਇਹ ਤਾਂ ਲਫ਼ਜ਼ਾਂ ਤੋਂ ਉੱਪਰ ਗੱਲ ਹੈ, ਸਮਝੇ ਕਿ ਨਹੀਂ। ਤੋ ਜੋ ਹੁਣ ਇਲਹਾਮ ਦੀ ਗੱਲ ਕਰੀਏ, ਰੈਵੂਲੇਸ਼ਨ ਦੀ ਗੱਲ ਕਰੀਏ, ਐਕਸਪੀਰੀਅੰਸ ਦੀ ਗੱਲ ਕਰੀਏ, ਇੰਟਿਊਸ਼ਨ ਦੀ ਗੱਲ ਕਰੀਏ, ਇਹ ਕਿੱਥੇ ਮਿਲੂਗੀ। ਇਹ ਤਾਂ ਗੁਰੂ ਦੇ ਨਾਲ ਪਿਆਰ ਦੇ ਵਿੱਚ ਜਦੋਂ ਭਿੱਜ ਜਾਏਗਾ, ਮੈਂ ਤੇ ਤੈਂ ਖਤਮ ਹੋ ਜਾਏਗੀ, ਫਿਰ ਤੈਨੂੰ ਥੋੜ੍ਹੀ ਬਹੁਤੀ ਇਸ ਗੱਲ ਦਾ ਸਵਾਦ ਆਊਗਾ, ਸਮਝੇ ਕਿ ਨਹੀਂ। ਇਹ ਹੈ। ਸੋ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਸਾਡੇ ਨਾਲ ਇਸ ਵਕਤ ਡਾਕਟਰ ਗੁਰਦਰਸ਼ਨ ਸਿੰਘ ਢਿੱਲੋਂ ਮੌਜੂਦ ਸੀ। ਫਿਲਹਾਲ ਦੇ ਲਈ ਅੱਜ ਇੰਨਾ ਹੀ। ਇਸ ਤੋਂ ਬਾਅਦ ਵੀ ਅਸੀਂ ਡਾਕਟਰ ਸਾਹਿਬ ਦੇ ਨਾਲ ਗੱਲਬਾਤ ਕਰਦੇ ਰਹਾਂਗੇ, ਇਸ ਪੰਜਾਬ ਨੂੰ ਲੈ ਕੇ, ਇਸ ਪੰਜਾਬ ਦੀ ਹਿਸਟਰੀ ਨੂੰ ਲੈ ਕੇ ਤੇ ਇਸ ਸਿੱਖ ਫਲਸਫੇ ਨੂੰ ਲੈ ਕੇ। ਤਾਂ ਜੁੜੇ ਰਹੋ KTV ਦੇ ਨਾਲ, ਮੇਰੇ ਸਹਿਯੋਗੀ ਸਾਥੀ ਰਜਿੰਦਰ ਦੇ ਨਾਲ। ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ।